ਸਭ ਤੋਂ ਅੱਛਾ ਬੀਜ ਮਕਈ ਦਾ ਕਿਹੜਾ? ਆਪਣੇ ਡੇਰੀ ਫਾਰਮਰ ਇਹ ਕਰਦੇ ਨੇ ਕਿ 80 ਦਿਨਾਂ ਤੇ ਕੱਟ ਦਿੰਦੇ ਨੇ, ਜਿੰਦੀ ਵਜ੍ਹਾ ਤੋਂ ਦਾਣਾ ਪ੍ਰੋਪਰ ਪਿਆ ਨਹੀਂ ਹੁੰਦਾ, ਉਹ ਸਾਈਲੇਜ 'ਚ ਦਾਣੇ ਸ਼ੋ ਨਹੀਂ ਹੁੰਦਾ ਤੇ ਉਹ ਸਾਰਾ ਪਾਣੀ ਹੋ ਜਾਂਦਾ। ਐਸੇ ਮਿਨੀਮਮ ਫਸਲ ਕਿੰਨੀ ਇੱਕ ਕਿਸਾਨ ਨੂੰ ਸਾਈਲੇਜ ਬਣਾਉਣ ਵਾਸਤੇ ਲਾਣੀ ਚਾਹੀਦੀ ਹੈ? ਉਹ ਅਕਸਰ ਡੇਰੀ ਫਾਰਮਰ ਕਾਲ ਕਰਕੇ ਕਹਿ ਰਹੇ ਹੁੰਦੇ ਨੇ ਕਿ ਜੀ ਸਾਈਲੇਜ ਬਣਾਇਆ ਪੂਰੀ ਨੂੰ ਫੰਗਸ ਪੈ ਗਈ। ਉਹਦਾ ਮਸਲਾ ਇਹ ਹੁੰਦਾ ਜਿੱਥੋਂ ਸਾਈਲੇਜ ਦੀ ਧੜ ਪੋਲੀ ਪਈ ਹੈ, ਨਰਮ ਹੈ, ਉੱਥੋਂ ਉਹਨੇ ਫੰਗਸ ਲੱਗ ਜਾਣੀ ਹੈ। ਜਿਹੜਾ ਬੰਦਾ ਨਾੜੀ ਜਿਹਨੇ ਪਹਿਲੀ ਦਫਾ ਸਾਈਲੇਜ ਬਣਾਉਣਾ ਹੈ ਉਹ ਹਮੇਸ਼ਾ ਬੰਕਰ 'ਚ ਸਾਈਲੇਜ ਲਾਏ। ਕਿਉਂ ਟੋਇਆ ਥੱਲੇ ਕੱਢ ਕੇ ਧੜ ਲਾਣੀ ਚਾਹੀਦੀ ਹੈ ਜਾਂ ਨਹੀਂ? ਧੜ ਤਿਆਰ ਹੋ ਗਈ ਹੈ, ਉਹਦੇ ਤੇ ਜਿਹੜਾ ਕੋਈ ਐਸਿਡ ਜਾਂ ਕੈਮੀਕਲ ਹੁੰਦਾ, ਅਗਰ ਤੁਸੀਂ ਫਰੈਸ਼ ਸਾਈਲੇਜ ਦਿਓਗੇ ਜਿੰਦੇ 'ਚ ਪਾਣੀ ਨਿਕਲ ਰਿਹਾ, ਜਿੰਦੇ 'ਚ ਫੰਗਸ ਹੈ, ਜਿੰਦੇ 'ਚ ਦਾਣਾ ਨਹੀਂ ਹੈ, ਉਹਦੇ ਚੰਗਾ ਤੁਸੀਂ ਪੱਠੇ ਪਾ ਲਓ। ਸਹੀ ਹੈ। ਬੰਦੇ ਕੀ ਕਰਦੇ ਨੇ, ਨਾੜੀ ਬੰਦੇ ਜਿਹੜੇ ਸਾਈਲੇਜ ਬਣਾ ਰਹੇ ਨੇ, ਪੱਠੇ ਖਾਲੀ ਕੁਤਰ ਕੇ ਉੱਤੇ ਦਾਣਾ ਪਾਤਾ, ਕਸਟਮਰ ਫਾਰਮ ਤੇ ਜਿਸ ਟਾਈਮ ਭੇਜ ਜਾਂਦੇ, ਕਸਟਮਰ ਬੜਾ ਖੁਸ਼ ਹੁੰਦਾ ਯਾਰ ਦਾਣਾ ਉੱਤੇ ਹੀ ਨਜ਼ਰ ਆ ਰਿਹਾ। ਕਿੰਨੇ ਦੀ ਕਾਸਟ ਪੈਂਦੀ ਹੈ ਆਪਣੇ ਘਰ ਅਗਰ ਬੰਦਾ ਖੁਦ ਫਸਲ ਤਿਆਰ ਕਰੇ, ਆਪਣੀ ਘਰ ਦੀ ਪੈਲੀ ਹੋਏ? 10-11 ਰੁਪਏ ਜਾਂ ਇਸ ਤੋਂ ਵੀ ਤਾਂ? ਅਗਰ ਤੁਹਾਡੇ ਫਾਰਮਿੰਗ ਦੀ ਸਭ ਤੋਂ ਜ਼ਰੂਰੀ ਚੀਜ਼ ਹੈ ਇਸ ਟਾਈਮ ਪਿਲਰ, ਇੱਕ ਮੇਨ ਖੁਰਾਕ ਸਭ ਤੋਂ ਅੱਛੀ ਵੰਡੇ 'ਚ, ਪੱਠੇ 'ਚ, ਜ਼ਰੂਰੀ ਖੁਰਾਕ 'ਚ ਮੱਝਾਂ ਗਾਵਾਂ ਲਈ ਪੂਰੀ ਮੁਕੰਮਲ ਵੀਡੀਓ ਜਿਹੜੇ ਭਰਾ ਡੇਰੀ ਫਾਰਮਿੰਗ ਕਰਨਾ ਚਾਹੁੰਦੇ ਨੇ, ਕਰਦੇ ਨੇ, ਪੇ ਸਾਈਲੇਜ ਬਣਾਉਂਦੇ ਨੇ, ਨਹੀਂ ਬਣਾਉਂਦੇ, ਡਾਕਟਰ ਰਿਜ਼ਵਾਨ ਸਾਹਿਬ ਮੇਰੇ ਨਾਲ ਮੌਜੂਦ ਨੇ। ਇਹਨਾਂ ਦਾ ਫੈਮਿਲੀ ਬਿਜ਼ਨਸ ਹੈ, ਗਾਲਬਨ 10 ਸਾਲ ਦਾ ਇਹਨਾਂ ਦਾ ਆਪਣਾ ਐਕਸਪੀਰੀਅੰਸ ਹੋ ਗਿਆ ਇਸ ਫੀਲਡ 'ਚ। ਪ੍ਰੋਪਰ ਤੁਹਾਨੂੰ ਇੱਕ ਮਕਈ ਲਾਉਣ ਤੋਂ ਲੈ ਕੇ, ਬੀਜ ਤੋਂ ਲੈ ਕੇ, ਉਹਦੀ ਪਰਵਰਿਸ਼, ਉਹ ਸਾਈਲੇਜ ਕਿਵੇਂ ਬਣਾਉਣਾ ਹੈ, ਅੱਛੇ ਸਾਈਲੇਜ ਦੀ ਪਹਿਚਾਣ ਕੀ ਹੈ, ਕਿਹੜੇ ਮੌਸਮ 'ਚ ਸਾਈਲੇਜ ਲਾਉਣਾ ਹੈ, ਕਿਹੜੀ ਉਹਨੂੰ ਖਾਦ ਪਾਣੀ ਹੈ, ਕਿੰਨੀ ਦੇਰ ਉਹਨੂੰ ਅਸੀਂ ਰੱਖ ਸਕਦੇ ਹਾਂ, ਆਪਣਾ ਸਟੇ ਕਰਵਾ ਸਕਦੇ ਹਾਂ, ਕਿਸ ਤਰ੍ਹਾਂ ਜਿਹੜਾ ਉਹਦਾ ਇਸਤੇਮਾਲ ਕਰਨਾ ਹੈ, ਸਾਈਲੇਜ ਤੇ ਪੱਠੇ ਦੇ ਵਿੱਚ ਫਰਕ ਕੀ ਹੈ, ਇਸ ਤਰ੍ਹਾਂ ਦੀ ਬੇਲ ਬਣਾਉਣੀ ਚਾਹੀਦੀ ਹੈ, ਤੋੜਿਆਂ 'ਚ ਪੈਕ ਕਰਨਾ ਚਾਹੀਦਾ ਹੈ, ਬਹਾਰੀਆ ਕੀ ਹੈ, ਮੌਸਮੀ ਕੀ ਹੈ, ਜਿਹੜੇ ਵੀ ਕੋਈ ਮੁਤਲਕਾ ਸਵਾਲ ਨਾਦਰ ਭਾਈ ਦੇ ਜ਼ੀਨ ਚਾਹੁੰਗੇ ਡਾਕਟਰ ਸਾਹਿਬ ਨਾਲ ਕਰਾਂਗੇ। ਵੀਡੀਓ ਲਾਜ਼ਮੀ ਪੂਰੀ ਸੁਣਿਓ। ਸਾਈਲੇਜ ਦੇ ਮੁਤਲਕਾ, ਪੱਠਿਆਂ ਦੇ ਮੁਤਲਕਾ, ਡੇਰੀ ਫਾਰਮਿੰਗ ਦੇ ਮੁਤਲਕਾ ਉਮੀਦ ਕਰਨਾ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ। ਡਾਕਟਰ ਸਾਹਿਬ ਕੀ ਹਾਲ ਹੈ ਤੁਹਾਡਾ? ਜੀ ਅੱਲਾ ਸ਼ੁਕਰ, ਹੋਰ ਸਭ ਖੈਰੀਅਤ ਹੈ? ਅਲਹਮਦੁਲਿਲਾ। ਡਾਕਟਰ ਸਾਹਿਬ ਕਦੋਂ ਤੋਂ ਸਾਈਲੇਜ ਦਾ ਕੰਮ ਕਰ ਰਹੇ ਹੋ? ਇਹ ਤਕਰੀਬਨ 10 ਸਾਲ ਹੋ ਗਏ ਨੇ ਮੈਨੂੰ ਇਸ ਫੀਲਡ ਦੇ ਵਿੱਚ। ਠੀਕ ਹੈ। ਤੇ PhD ਕਰਨ ਤੋਂ ਬਾਅਦ ਫਿਰ ਮੈਂ ਆਪਣਾ ਇਸ ਸਾਈਲੇਜ ਦੇ ਕੰਮ 'ਚ ਆ ਗਿਆ ਸੀ। ਡਾਕਟਰ ਸਾਹਿਬ ਸਭ ਤੋਂ ਪਹਿਲੇ ਸਾਨੂੰ ਇਹ ਗੱਲ ਦੱਸੋ ਕਿ ਸਾਈਲੇਜ ਜਿਹੜਾ ਅਸੀਂ ਕਾਸ਼ਤ ਕਰਨਾ, ਉਹਦਾ ਜਿਹੜਾ ਬੀਜ ਸਭ ਤੋਂ ਅੱਛਾ ਬੀਜ ਮਕਈ ਦਾ ਕਿਹੜਾ? ਪਾਇਨੀਅਰ ਹੈ, ਸਜੈਂਟਾ ਹੈ, ਠੀਕ ਹੈ, ਸੋਨੀ ਧਰਤੀ ਹੈ। ਇਹਨਾਂ ਦੇ ਜਿਹੜੇ ਬੀਜ ਨੇ ਉਹ ਜ਼ਿਆਦਾਤਰ ਸਾਈਲੇਜ ਵਾਸਤੇ ਹੀ ਯੂਜ਼ ਹੁੰਦੇ ਨੇ। ਇੱਕ ਰეკਮੈਂਡ ਕਰੋ ਜਿਹੜਾ ਟਾਪਰ ਹੈ ਤੁਹਾਡੇ 10 ਸਾਲਾਂ ਦੇ ਐਕਸਪੀਰੀਅੰਸ 'ਚ, PhD ਲੈਵਲ ਦੇ ਬੰਦੇ ਹੋ, ਜਿਹੜੀ ਤੁਹਾਂ ਰეკਮੈਂਡ ਕਰਨੀ ਹੈ ਉਹ ਮੇਰੇ ਵਰਗਿਆਂ ਮਾੜੇ ਮਾਤਰਾ ਲਾਜ਼ਮੀ ਉਹਨੂੰ ਸਮਝਣਾ। ਹਾਂਜੀ, ਪਾਇਨੀਅਰ ਦੇ ਜ਼ਿਆਦਾਤਰ ਬੀਜ ਜਿਹੜੇ ਨੇ ਨਾ ਉਹ ਜ਼ਿਆਦਾ ਅੱਛੇ ਨੇ। ਪਾਇਨੀਅਰ ਦੇ, ਹਾਂਜੀ, ਇੱਕ ਤਾਂ ਗਰੋਥ ਅੱਛੀ ਆਉਂਦੀ ਹੈ, ਦਾਣਾ ਅੱਛਾ ਆਉਂਦਾ ਹੈ, ਤੇ ਪੌਦੇ ਦੀ ਹਾਈਟ ਵੀ ਬੜੀ ਬਿਹਤਰੀਨ ਲੱਗਦੀ ਹੈ। ਸਾਈਲੇਜ ਵਾਸਤੇ ਬਿਹਤਰੀਨ ਮੱਕੀ ਉਹਨਾਂ ਦੀ ਪਾਇਨੀਅਰ ਦਾ ਸੀਡ ਲਾਣਾ। ਹੁਣ 12 ਮਹੀਨਿਆਂ ਦੇ ਵਿੱਚ ਕਿੰਨੀ ਦਫਾ ਅਸੀਂ ਮਕਈ ਨੂੰ ਪਾਇਨੀਅਰ ਦਾ ਸੀਡ ਕਾਸ਼ਤ ਕਰ ਸਕਦੇ ਹਾਂ? ਆਮ ਤੌਰ ਤੇ ਮੇਜਰ ਫਸਲਾਂ ਦੋ ਹੀ ਨੇ, ਇੱਕ ਬਹਾਰੀਆ, ਇੱਕ ਮੌਸਮੀ ਹੈ। ਜੀ, ਬਹਾਰੀਆ ਜਿਹੜਾ ਬੀਜ ਹੁੰਦਾ ਹੈ ਉਹ ਅਸੀਂ ਲਾਣੇ ਆ ਜੀ ਫਰਵਰੀ ਮਾਰਚ 'ਚ। ਫਰਵਰੀ, ਯਕਮ ਫਰਵਰੀ ਤੋਂ 3 ਮਾਰਚ ਤੱਕ। ਠੀਕ ਹੈ। ਉਹ ਮਈ ਜੂਨ 'ਚ ਫਸਲ ਆ ਜਾਂਦੀ ਕਿਉਂਕਿ 3 ਮਹੀਨੇ ਦੀ 90 ਦਿਨ ਦੀ ਮਕਈ ਦੀ ਫਸਲ ਹੁੰਦੀ ਸਾਈਲੇਜ ਵਾਲੀ। ਠੀਕ ਹੈ। ਉਸ ਤੋਂ ਬਾਅਦ ਦੂਸਰਾ ਆਉਂਦਾ ਮੌਸਮੀ। ਮੌਸਮੀ ਅਸੀਂ ਲਾਣੇ ਆ ਜੀ ਜੁਲਾਈ ਅਗਸਤ 'ਚ। ਉਹ ਨਵੰਬਰ ਜਾ ਕੇ ਨਵੰਬਰ 'ਚ 3 ਮਹੀਨੇ 'ਚ ਮੁਕੰਮਲ ਹੋ ਜਾਂਦੀ ਹੈ। ਤੇ ਸਾਲ 'ਚ 2 ਦਫਾ ਸਾਈਲੇਜ ਜਿਹੜਾ ਨਾ ਇੱਕ ਮੌਸਮੀ ਤੇ ਬਹਾਰੀਆ ਦੇ ਨਾਮ ਤੋਂ ਲੱਗਦਾ। ਫਸਲ ਅਸੀਂ ਕਿੰਨੀਆਂ ਅੱਛੀਆਂ ਲੈ ਸਕਦੇ ਹਾਂ? ਫਸਲਾਂ ਮੈਂ ਇਹੀ ਰਿਕਮੈਂਡ ਕਰਾਂਗਾ ਕਿ ਸਾਲ 'ਚ ਸਿਰਫ 2 ਦਫਾ ਮੱਕੀ ਲਾਓ। ਇੱਕ ਜਿਹੜੀ ਇਹ ਫਰਵਰੀ, ਯਕਮ ਫਰਵਰੀ ਤੋਂ 3 ਮਾਰਚ ਤੱਕ, ਬਿਲਕੁਲ ਉਹਨੂੰ ਅਸੀਂ ਆਖਾਂਗੇ ਉਹ ਬਹਾਰੀਆ। ਬਹਾਰੀਆ ਜੀ। ਦੂਸਰੀ ਹੈ ਮੌਸਮੀ। ਉਹ ਆਏਗੀ ਜੁਲਾਈ ਅਗਸਤ। ਜੁਲਾਈ ਤੋਂ ਲੈ ਕੇ ਅਗਸਤ ਦੇ ਦਰਮਿਆਨ ਤੁਸੀਂ ਕਾਸ਼ਤ ਕਰੋ। ਯਕਮ ਜੁਲਾਈ ਤੋਂ 3 ਅਗਸਤ ਤੱਕ ਕਾਸ਼ਤ ਕਰ ਲਓ। 90 ਦਿਨ ਦੀ ਉਹ 90 ਦਿਨ ਦੀ। ਇਹ ਕੀ ਰਿਕਮੈਂਡ ਕਰਦੇ ਹੋ ਬੈਟਰ ਟਾਈਮ ਕੀ ਹੈ ਯਕਮ ਜੁਲਾਈ ਤੋਂ 3 ਅਗਸਤ ਦੇ ਵਿੱਚ? ਕਿਹੜੇ ਦਿਨ ਸਭ ਤੋਂ ਬੈਟਰ ਨੇ? ਇਹੀ ਮਤਲਬ 10 ਜੁਲਾਈ ਤੋਂ 20 ਜੁਲਾਈ। ਠੀਕ ਹੈ। ਇਹ ਮੌਸਮੀ ਤੇ ਬਹਾਰੀਆ ਤੁਸੀਂ ਲਾ ਲਓ ਆਪਣੀ 10 ਫਰਵਰੀ ਤੋਂ 20 ਫਰਵਰੀ, ਕਿਉਂਕਿ ਇਹਨਾਂ ਦਿਨਾਂ 'ਚ ਟੈਂਪਰੇਚਰ ਅੱਛਾ ਹੁੰਦਾ ਹੈ ਤੇ ਦਾਣਾ ਇੱਕ ਤਾਂ ਛੱਲੇ 'ਚ ਬੜਾ ਪੈ ਜਾਂਦਾ। ਠੀਕ ਹੈ। ਦੂਸਰੇ ਨੰਬਰ ਤੇ ਪੌਦੇ ਦੀ ਹਾਈਟ ਅੱਛੀ ਹੋ ਜਾਂਦੀ ਹੈ ਅਗਰ ਇਨ ਦਿਨਾਂ ਦੇ ਦਰਮਿਆਨ ਤੁਸੀਂ ਖੇਲਾਂ ਤੇ ਬੈੱਡ ਤੇ ਲਾ ਦਿਓ। ਇੱਕ ਖੇਲ ਤੇ 2 ਪੌਦੇ। ਹਾਂਜੀ। ਲਾਉਣ ਦਾ ਕੀ ਬਿਹਤਰ ਤਰੀਕਾ? ਲਾਉਣ ਦਾ ਇਹ ਹੈ ਵੀ ਚੋਪੇ ਲਾਉਂਦੇ ਨੇ, ਹੁਣ ਤਾਂ ਮਸ਼ੀਨਾਂ ਆ ਗਈਆਂ ਨੇ ਜਿਹੜੀ ਮਤਲਬ ਬੀਜ ਲਾ ਦਿੰਦੀਆਂ ਨੇ, ਲੇਕਿਨ ਜ਼ਿਆਦਾ ਅੱਛਾ ਤਰੀਕਾ ਇਹੀ ਹੈ ਕਿ ਆਪਣਾ ਕੁਝ ਥੋੜੇ ਫਾਸਲੇ ਤੇ ਤੁਸੀਂ ਚੋਪੇ ਲਾਈ ਜਾਓ ਤੇ ਬੈਸਟ ਪਾਇਨੀਅਰ ਦਾ ਬੀਜ ਹੈ ਆਪਣਾ। ਕਿੰਨੇ ਫਾਸਲੇ ਤੇ? ਇਹ ਤਕਰੀਬਨ ਇੱਕ ਗਿੱਟ ਤੋਂ ਜ਼ਿਆਦਾ, ਇੱਕ ਫਾਸਲੇ ਤੇ ਇੱਕ ਬੀਜ ਲਾਈ ਜਾਈਏ ਬੰਦਿਆਂ ਦੇ ਨਾਲ। ਉਹ ਜ਼ਿਆਦਾ ਬਿਹਤਰ। ਕਿੰਨਾ ਖੋਬਣਾ ਚਾਹੀਦਾ ਜ਼ਮੀਨ ਦੇ ਅੰਦਰ? ਤਕਰੀਬਨ ਇੰਨਾ, ਇੱਕ ਜਿਹੜਾ ਪੋਰ ਹੈ ਆਪਣਾ, ਇੱਕ ਪੋਟਾ। ਹਾਂ ਬਸ, ਯਾਨੀ ਕਿ 1 ਇੰਚ ਜਿਹੜਾ ਜ਼ਮੀਨ ਦੇ ਅੰਦਰ ਖੋਬਣਾ। ਮਿੱਟੀ ਉੱਤੇ ਪਾਣੀ, ਮੋਇਸਚਰ ਹੋਣਾ ਚਾਹੀਦਾ, ਨਮੀ ਹੋਣੀ ਚਾਹੀਦੀ ਮਿੱਟੀ ਦੇ ਵਿੱਚ ਤਾਂ ਕਿ ਬੀਜ ਆਸਾਨੀ ਨਾਲ। ਫਰਟੀਲਾਈਜ਼ਰ ਕੀ ਯੂਜ਼ ਕਰਨਾ ਚਾਹੀਦਾ? ਫਰਟੀਲਾਈਜ਼ਰ ਤੋਂ ਬੇਸ਼ੁਮਾਰ ਨੇ, ਇਹ ਮੈਂ ਇਸ ਕੱਲੋਂ ਨਹੀਂ ਰਿਕਮੈਂਡ ਕਰਾਂਗਾ ਕਿਉਂਕਿ ਸਾਡੀ ਜ਼ਮੀਨ ਜ਼ਰਖੇਜ਼ ਹੈ, ਇੱਥੇ ਹੋਰ ਫਰਟੀਲਾਈਜ਼ਰ ਯੂਜ਼ ਹੁੰਦਾ ਹੈ। ਹੋ ਸਕਦਾ ਮੇਰੀ ਵੀਡੀਓ ਵੇਖ ਰਹੇ ਹੋ KPK 'ਚ, ਗਿਲਗਤ 'ਚ, ਬਲੋਚਿਸਤਾਨ 'ਚ, ਉੱਥੇ ਹੋਰ ਕੰਪਨੀ ਦਾ ਬੀਜ ਬੈਟਰ ਹੋਏਗਾ ਤੇ ਇਹ ਕਹਿਣਾ ਕਿ ਜੀ ਇਹ ਫਰਟੀਲਾਈਜ਼ਰ ਯੂਜ਼ ਕਰੋ, ਇਹ ਚੀਜ਼ ਜਿਹੜੀ ਨਾ ਉਹ ਸਹੀ ਨਹੀਂ। ਜੋ ਆਪਣੇ ਮੁਤਲਕਾ ਇਲਾਕੇ ਦਾ ਉਹ ਤੁਸੀਂ ਖਾਦ ਜੋ ਵੀ ਹੈ ਤੁਸੀਂ ਮਿਲੀ ਪਾਣੀ ਗੋਇਆ ਪਾਣਾ। ਬਿਲਕੁਲ। ਕੋਈ ਵੀ ਫਰਟੀਲਾਈਜ਼ਰ ਜੋ ਤੁਹਾਡੇ ਇਲਾਕੇ ਚਲਦੀ ਹੈ, ਜੈਸੀ ਜ਼ਮੀਨ ਹੈ, ਰੇਤਲੀ ਹੈ, ਬਾਰਾਨੀ ਹੈ, ਕਲੇਈ ਹੈ, ਜੈਸੀ ਵੀ ਹੈ। ਐਗਜ਼ੈਕਟ ਡਾਕਟਰ ਸਾਹਿਬ ਜਿੰਨੇ ਦਿਨ ਪਹਿਲੇ ਕਾਸ਼ਤ ਕਰਨਾ ਹੈ ਜਿਹੜੀ ਡੇਟ ਤੇ, ਉਹਦੇ ਕਿੰਨੇ ਦਿਨ ਬਾਅਦ ਫਸਲ ਨੂੰ ਅਗਰ ਤੁਸੀਂ ਸਾਈਲੇਜ ਵਾਸਤੇ ਕਰਨਾ ਹੈ ਤਾਂ ਪੂਰੇ 90 ਦਿਨ ਦੇਣੇ ਨੇ। ਅਕਸਰ ਡੇਰੀ ਫਾਰਮਰ ਇਹ ਕਰਦੇ ਨੇ ਕਿ 80 ਦਿਨ ਦਾ ਜਿਸ ਟਾਈਮ ਫਸਲ ਤਿਆਰ ਹੋ ਜਾਂਦੀ ਹੈ ਉਸ ਟਾਈਮ ਵੜਾ ਦਿੰਦੇ ਨੇ। ਉਹ ਜਿਸ ਟਾਈਮ ਸਾਈਲੇਜ ਬਣਾਉਂਦੇ ਨੇ ਉਹ ਪਾਣੀ ਹੋ ਜਾਂਦਾ ਹੈ ਕਿਉਂਕਿ ਮੱਕੀ ਤਿਆਰ ਨਹੀਂ ਹੁੰਦੀ। ਅਸੀਂ ਡਾਕਟਰੀ ਜ਼ੁਬਾਨ 'ਚ ਇੱਕ ਲਫ਼ਜ਼ ਇਸਤੇਮਾਲ ਕਰਨੇ ਆ, ਹਾਫ ਮਿਲਕਿੰਗ ਸਟੇਜ। ਮਤਲਬ ਜਦੋਂ ਅੱਧਾ ਦਾਣਾ ਹਾਰਡ ਹੋ ਜਾਏ, ਅੱਧੇ ਦਾਣੇ 'ਚ ਦੁੱਧ ਹੋਏ, ਥੋੜਾ ਜਿਹਾ ਦੁੱਧ ਹੋਏ, ਉਸ ਟਾਈਮ ਤੁਸੀਂ ਸਾਈਲੇਜ ਬਣਾਓ। ਅਕਸਰ ਆਪਣੇ ਡੇਰੀ ਫਾਰਮਰ ਇਹ ਕਰਦੇ ਨੇ ਕਿ 80 ਦਿਨਾਂ ਤੇ ਕੱਟ ਦਿੰਦੇ ਨੇ, ਜਿੰਦੀ ਵਜ੍ਹਾ ਤੋਂ ਦਾਣਾ ਪ੍ਰੋਪਰ ਪਿਆ ਨਹੀਂ ਹੁੰਦਾ, ਉਹ ਸਾਈਲੇਜ 'ਚ ਦਾਣੇ ਸ਼ੋ ਨਹੀਂ ਹੁੰਦਾ ਤੇ ਉਹ ਸਾਰਾ ਪਾਣੀ ਹੋ ਜਾਂਦਾ। ਐਸੇ ਸਾਈਲੇਜ ਦਾ ਕੋਈ ਫਾਇਦਾ ਨਹੀਂ ਜਿੰਦੇ 'ਚ ਪਾਣੀ ਨਿਕਲ ਰਿਹਾ ਹੁੰਦਾ, ਇਹ ਜਿੰਦੇ ਦਾਣਾ ਨਹੀਂ ਪਿਆ। ਹੁਣ ਡਾਕਟਰ ਸਾਹਿਬ ਕਟਾਈ ਕਰਨੀ ਹੈ। ਹਾਂਜੀ। ਇੱਕ ਆਮ ਫਾਰਮਰ ਮੈਂ 5 ਕਿੱਲੇ ਫਸਲ ਲਾਈ ਹੈ। ਜੀ। ਮਿਨੀਮਮ ਫਸਲ ਕਿੰਨੀ ਇੱਕ ਕਿਸਾਨ ਨੂੰ ਸਾਈਲੇਜ ਬਣਾਉਣ ਵਾਸਤੇ ਲਾਣੀ ਚਾਹੀਦੀ ਹੈ? ਉਹ ਮਿਸਾਲ ਦੇ ਤੌਰ ਤੇ ਮੇਰੇ ਕੋਲ 100 ਜਾਨਵਰ ਨੇ ਜੀ ਤੇ ਮੈਨੂੰ ਕਮ ਸੇ ਕਮ ਕੋਈ 40-50 ਕਿੱਲੇ ਦਾ ਲਾਣਾ ਚਾਹੀਦਾ।
ਠੀਕ ਹੈ ਠੀਕ ਹੈ ਅਗਰ ਮਿਸਾਲ ਤੌਰ ਤੇ ਮੇਰੇ ਕੋਲ ਹੈਗੇ 5 ਜਾਨਵਰ ਨੇ ਠੀਕ ਤੇ ਹੈ। ਮੈਨੂੰ 1 ਏਕੜ ਹੀ ਬਹੁਤ ਹੈ ਉਹ ਤੁਸੀਂ ਆਪਣੀ ਕੈਪੈਸਿਟੀ ਤੇ ਵੇਖਣਾ ਹੈ ਜਿੰਨਾ ਵੀ ਤੁਸੀਂ ਲਾਣਾ ਚਾਹੋ ਲਾ ਸਕਦੇ ਹੋ ਕੋਈ ਮਸਲਾ ਨਹੀਂ ਹੈ ਸਾਈਲੇਜ ਬਣਾਉਣਾ ਕਿਸ ਤਰ੍ਹਾਂ ਹੈ? ਸਾਈਲੇਜ ਦੀ ਫਸਲ ਤਿਆਰ ਹੋ ਗਈ ਹੈ 90 ਦਿਨ ਹੋ ਗਏ ਨੇ ਹਾਂਜੀ। ਹੁਣ ਇੱਕ ਆਮ ਕਿਸਾਨ ਨੇ ਉਹਨੂੰ ਕਿਸ ਤਰ੍ਹਾਂ ਤਿਆਰ ਕਰਨਾ? ਆਮ ਇਹ ਹੈ ਕਿ ਤੁਸੀਂ ਉਹਦੀ ਕ੍ਰਸ਼ਿੰਗ ਕਰੋਗੇ ਫੀਲਡ ਚੌਪ ਕਰੋ ਠੀਕ ਹੈ ਮਸ਼ੀਨਾਂ ਚਲਾ ਕੇ ਫੀਲਡ ਚਾਪ ਜਿਹੜੀ ਮਸ਼ੀਨ ਨਾਲ ਕਰਨੀ ਉਹ ਮਸ਼ੀਨ ਮਾੜੇ ਬੰਦੇ ਨੇ ਕਿੱਥੋਂ ਲੈਣੀ ਹੈ? ਅੱਜ ਕੱਲ ਤਾਂ ਉਹ ਟਰੈਕਟਰ ਵਾਲੀਆਂ ਮਸ਼ੀਨਾਂ ਚੱਲੀਆਂ ਹੋਈਆਂ ਨੇ ਟਰੈਕਟਰ ਦੇ ਪਿੱਛੇ ਉਹ ਹਾਰਵੈਸਟਰ ਲਾ ਕੇ ਠੀਕ ਹੈ। ਤੇ ਉਹ ਕ੍ਰਸ਼ ਕੀਤੇ ਜਾ ਰਹੇ ਨੇ ਜਿਹੜਾ ਬੰਦਾ ਅਫੋਰਡ ਨਹੀਂ ਕਰ ਸਕਦਾ ਉਹ ਫਿਰ ਵੱਡੀ ਮਸ਼ੀਨ ਮੰਗਾਏ ਅਕਸਰ ਪਾਕਿਸਤਾਨ ਦੇ ਮੁਖਤਲਿਫ ਏਰੀਆਜ਼ ਦੇ ਵਿੱਚ ਸਾਈਲੇਜ ਵਾਲੀ ਮਸ਼ੀਨਾਂ ਫਿਰ ਰਹੀਆਂ ਹੁੰਦੀਆਂ ਨੇ ਠੀਕ ਹੈ ਉਹਨਾਂ ਨੂੰ ਤੁਸੀਂ 20-22 ਹਜ਼ਾਰ ਰੁਪਏ ਕਿੱਲੇ ਦਾ ਦਿਓ ਉਹ ਫਸਲ ਕੱਟ ਕੇ ਤੇ ਟਰਾਲੇ ਯਾਨੀ ਲੋਡ ਕਿ 20 ਤੋਂ 25000 ਰੁਪਏ ਐਵਰੇਜ ਕਿੱਲੇ ਦੀ Average। ਵਢਾਈ ਚੱਲਦੀ ਵਢਾਈ ਹੈ ਚੱਲਦੀ ਉਹਨਾਂ ਨੇ ਸਿਰਫ ਵੱਢ ਕੇ ਜਿੱਥੇ ਤੁਸੀਂ ਕਹਿਣਾ ਨਜ਼ਦੀਕ ਉੱਥੇ ਕਿਲਾ 2-4 ਸੁੱਟ ਲਾਗੇ ਸੁੱਟ ਦੇਣਾ ਬਿਲਕੁਲ ਕਿਲੋਮੀਟਰ ਤੱਕ ਵੀ ਛੱਡ ਦਿੰਦੇ ਨੇ ਠੀਕ ਉਹ ਹੈ। ਸੱਟ ਕੇ ਫਿਰ ਤੁਸੀਂ ਢੇਰ ਲਾ ਦੇਣਾ ਨੇ ਠੀਕ ਹੈ ਇੱਥੇ ਢੇਰਾ ਲਾਉਂਦੇ ਆ ਫਿਰ ਉਹਨੂੰ ਜਿਹੜੀ ਕਾਸ਼ਤ ਕਰਨੀ ਹੈ ਜਿਹੜੀ ਮਸ਼ੀਨ ਨਾਲ ਕਰਨੀ ਹੈ ਟਰੈਕਟਰ ਦੇ ਪਿੱਛੋਂ ਮਸ਼ੀਨ ਦੀ ਐਵਰੇਜ ਕਾਸਟ ਕੀ ਹੈ ਪਾਕਿਸਤਾਨ 'ਚ? ਮਸ਼ੀਨਾਂ ਉਹ ਮੁਖਤਲਿਫ ਐਵਰੇਜ ਕਾਸਟ ਦੀਆਂ ਨੇ ਲੋਕਲ ਕੋਈ ਚਾਈਨੀ ਕੰਪਨੀਆਂ ਚੱਲੀਆਂ ਹੋਈਆਂ ਨੇ ਉਹ ਤਕਰੀਬਨ ਜਿਹੜੇ ਟਰੈਕਟਰ ਨਾਲ ਕਰਦੇ ਨੇ ਉਹ 16 ਤੋਂ 17000 ਰੁਪਏ ਫੀ ਕਿੱਲੇ ਦਾ ਲੈਂਦੇ ਨੇ ਉਹ ਮਸ਼ੀਨ ਕਿੰਨੇ ਦੀ ਲੱਭ ਜਾਂਦੀ ਹੈ ਆਮ ਕਿਸਾਨ ਲੈਣਾ ਚਾਹੇ ਤੇ? ਉਹ ਮਸ਼ੀਨ ਤਕਰੀਬਨ 4-5 ਲੱਖ ਰੁਪਏ ਦੀ ਉਹ ਲੱਭ ਜਾਂਦੀ ਹੈ ਅੱਛੀ ਮਸ਼ੀਨ ਜਿਹੜੀ 4-5 ਲੱਖ ਦੀ ਉਹ ਚੱਲਦੀ ਹੈ ਲਗਾਤਾਰ ਚੱਲਦੀ ਨਹੀਂ ਉਹ ਵੀ ਚੱਲਦੀ ਹੈ ਸਹੀ ਜਿੰਨਾ ਮਤਲਬ ਗੁਜ਼ਾਰਾ ਕਰਨਾ ਹੈ ਪ੍ਰੋਪਰ ਚਲਾਈ ਜਾਂਦੀ ਚਲਾਈ ਜਾਂਦੀ ਹੈ ਪਰ ਉਹਦਾ ਮਸਲਾ ਇਹ ਹੁੰਦਾ ਹੈ ਕਿ ਕੁਤਰਾ ਮੋਟਾ ਕਰਦੀ ਹੈ ਬਰੀਕ ਉਤਰਾ ਨਹੀਂ ਬਰੀਕ ਖੂਬਸੂਰਤੀ ਨਹੀਂ ਆਉਂਦੀ ਕੁੱਤੇ ਦੇ ਵਿੱਚ ਜਾਨਵਰਾਂ ਲਈ ਕਿਹਦਾ? ਜਾਨਵਰ ਵੀ ਠੀਕ ਹੈ ਲੇਕਿਨ ਜਾਨਵਰ ਹਮੇਸ਼ਾ ਬਰੀਕ ਤੇ ਕੁਤਰੀ ਹੋਈ ਚੀਜ਼ ਜ਼ਿਆਦਾ ਪਸੰਦ ਕਰਦਾ ਹੈ ਜੀ। ਉਹ ਜਿਹੜੇ ਮੋਟੇ ਟੱਕਰੇ ਹੋ ਜਾਂਦੇ ਨੇ ਨਾ ਮੱਕੀ ਦੇ ਜਾਂ ਮੱਕੀ ਦੇ ਜਿਹੜਾ ਛਿਲਕਾ ਹੈ ਉਹ ਐਵੇਂ ਖੁੱਲ ਰਹੀਆਂ ਪਿਆ ਰਹਿੰਦਾ ਯਾਨੀ ਕਿ ਰਿਜ਼ਲਟ ਉਹਦਾ ਨਹੀਂ ਹੁੰਦਾ ਅੱਛਾ ਨਹੀਂ। ਜਿੱਡਾ ਅੱਛਾ ਵੱਡੀ ਮਸ਼ੀਨ ਉਹਦੇ ਤੇ ਤੁਹਾਨੂੰ ਰਹਿਣਾ ਚਾਹੀਦਾ ਉਹਦੇ ਤੇ ਰਹਿਣਾ ਚਾਹੀਦਾ ਉਹ 25,000 ਭਰਨਾ ਉਹ ਸਾਡੇ ਲਈ ਉਹ ਜ਼ਿਆਦਾ ਠੀਕ ਹੈ। ਅੱਛਾ ਹੁਣ ਸਾਡੀ ਫਸਲ ਕਾਸ਼ਤ ਹੋ ਗਈ ਹੈ ਮਸ਼ੀਨ ਦੇ ਨਾਲ ਢੇਰ ਲੱਗ ਗਿਆ ਜੀ ਉਹ ਢੇਰ ਦਾ ਕਿਵੇਂ ਲਾਣਾ ਹੈ ਕਿਵੇਂ ਉਹਨੂੰ ਦਬਾਣਾ ਸਭ ਨਾਲ ਪਹਿਲੇ ਕੁਤਰਾ ਜਿਸ ਟਾਈਮ ਆ ਰਿਹਾ ਪਲਾਂਟ ਤੇ ਜਾਂ ਤੁਹਾਡੇ ਫਾਰਮ ਤੇ ਆ ਰਿਹਾ ਥੱਲੇ ਛਾਪਰ ਵਿਛਾਓ ਠੀਕ ਹੈ ਤਾਂ ਕਿ ਉਹਨੂੰ ਮਿੱਟੀ ਖਰਾਬ ਨਾ ਕਰੇ ਕਿਉਂਕਿ ਮਿੱਟੀ ਜਿੰਨੀ ਸਾਈਲੇਜ ਨੂੰ ਲੱਗੇਗੀ ਉਨੀ ਫੰਗਸ ਪੈ ਜਾਏਗੀ ਫਿਰ ਤੁਸੀਂ ਢੇਰ ਲਾ ਲੈਣਾ ਛਾਪਰ ਦੇ ਉੱਤੇ ਜੀ ਫਿਰ ਉਹਦੀ ਟਰੈਕਟਰ ਨਾਲ ਪ੍ਰੈਸਿੰਗ ਕਰਨੀ ਹੈ ਉਹਨੂੰ ਦਬਾਉਣਾ ਹੈ ਪੂਰਾ ਦਿਨ ਜੀ ਐਨੀ ਪ੍ਰੈਸਿੰਗ ਕਰਨੀ ਹੈ ਕਿ ਤੁਸੀਂ ਜਨਾਬ ਸਾਈਲੇ ਦੀ ਢੇਰ ਦੇ ਉੱਤੇ ਚੜੋ ਤੇ ਤੁਹਾਡਾ ਪੈਰ ਥੱਲੇ ਨਾ ਪੀਜੇ ਨਾ ਬਿਲਕੁਲ ਨਾ ਜਾਏ ਬਿਲਕੁਲ ਮਤਲਬ ਕਹਿ ਲਓ ਕਿ ਜਿਵੇਂ ਜ਼ਮੀਨ ਤੇ ਆਪਾਂ ਬੈਠੇ ਹਾਂ ਜਿੰਨਾ ਮਰਜ਼ੀ ਇਹਨੂੰ ਮਾਰ ਲਈਏ ਜ਼ਮੀਨ ਥੱਲੇ ਨਹੀਂ ਪ੍ਰੈਸ ਹੋਏਗੀ ਉਹ ਹਿੱਲੇ ਨਾ ਉਹ ਹਿੱਲੇ ਨਾ ਸਾਈਡਾਂ ਤੋਂ ਵੀ ਤੁਸੀਂ ਉਹਨੂੰ ਦਬਾਣਾ ਹੈ ਟਰੈਕ 'ਚ ਚੜਾਣਾ ਹੈ ਤੇ ਉੱਤੇ ਵੀ ਤੁਸੀਂ ਮਤਲਬ ਉਹਨੂੰ ਇੱਕ ਪ੍ਰੋਪਰ ਜ਼ਮੀਨ ਇੱਕ ਸੜਕ ਬਣਾ ਦੇਣੀ ਹੈ ਉਹ ਕਿਉਂ ਕੰਮ ਕਰਨੇ ਆ ਤਾਂ ਕਿ ਇਹਦੇ 'ਚ ਹਵਾ ਨਾ ਰਹਿ ਜਾਏ ਜੀ ਨਵੀਂ ਨਾ ਬਣੇ ਨਵੀਂ ਨਾ ਬਣ ਜਾਏ ਅਕਸਰ ਡੇਰੀ ਫਾਰਮਰ ਕਾਲ ਕਰਕੇ ਕਹਿ ਰਹੇ ਹੁੰਦੇ ਨੇ ਕਿ ਜੀ ਸਾਈਲੇਜ ਬਣਾਇਆ ਪੂਰੀ ਨੂੰ ਫੰਗਸ ਪੈ ਗਈ ਉਹਦਾ ਮਸਲਾ ਇਹ ਹੁੰਦਾ ਜਿੱਥੋਂ ਸਾਈਲੇਜ ਦੀ ਧੜ ਪੋਲੀ ਪਈ ਹੈ ਨਰਮ ਹੈ ਉੱਥੋਂ ਉਹਨੇ ਫੰਗਸ ਲੱਗ ਜਾਣੀ ਹੈ ਤੁਸੀਂ ਜਦੋਂ ਵੀ ਧੜ ਲਾਓ ਤੇ ਪ੍ਰੋਪਰ ਉਹਨੂੰ ਚਾਰੋਂ ਤਰਫੋਂ ਹੀ ਹਾਰਡ ਕਰੋ ਠੀਕ ਹੈ ਫਿਰ ਤੁਸੀਂ ਉੱਤੇ ਆਪਣਾ ਛਾਪਰ ਪਾ ਦੇਣਾ ਤਰਪਾਲ ਪਾ ਦੇਣੀ ਹੈ ਸਾਈਡਾਂ ਤੇ ਮਿੱਟੀ ਪਾ ਦੇਣੀ ਹੈ ਠੀਕ ਹੈ ਉਹਦੀ ਹਵਾ ਬੰਦ ਕਰ ਦੇਣੀ ਹੈ ਜਿਵੇਂ ਧੜ ਤੁਹਾਨੂੰ ਬੈਕ 'ਚ ਨਜ਼ਰ ਆ ਵੀ ਰਹੀ ਹੋਣੀ ਇਸ ਫਾਰਮ 'ਚ ਧੜ ਜਿਹੜੀ ਪਿੱਛੇ ਲੱਗੀ ਹੋਈ ਹੈ ਇਹ ਸਾਲ ਪੂਰੀ ਵੀ ਪਈ ਰਹੇਗੀ ਨਾ ਖਰਾਬ ਨਹੀਂ ਹੋਏਗੀ ਕੋਈ ਟੈਨਸ਼ਨ ਨਹੀਂ ਕੋਈ ਟੈਨਸ਼ਨ ਇਹਦੀ ਐਕਸਪਾਇਰੀ ਡੇਟ ਸਾਈਲੇਜ ਦੀ ਕੀ ਸਮਝਦੇ ਹੋ? ਅਗਰ ਧੜ 'ਚ ਪਿਆ ਤੇ 1.5 ਸਾਲ ਵੀ ਪਿਆ ਤੇ ਉਹ ਖਰਾਬ ਨਹੀਂ ਹੋਏਗਾ ਅਗਰ ਤੁਸੀਂ ਪ੍ਰੈਸਿੰਗ ਅੱਛੀ ਕੀਤੀ ਤੇ ਸਾਈਡਾਂ ਤੇ ਮਿੱਟੀ ਲਾਈ ਹੋਈ ਉੱਤੇ ਮਿੱਟੀ ਲਾਈ ਹੋਈ ਲੇਕਿਨ ਜਿਹੜੀ ਆ ਬੇਲ ਹੈ ਇਹ ਬੇਲ 6 ਮਹੀਨੇ 'ਚ ਖਰਾਬ ਹੋ ਜਾਂਦੀ ਹੈ ਮੈਕਸਿਮਮ ਖਰਾਬ ਚੂਹਾ ਟੁਕਦਾ ਕੀ ਕਰਦਾ? ਚੂਹਾ ਟੁਕ ਜਾਏ ਤਾਂ ਫੌਰਨ ਹੀ ਖਰਾਬ ਹੋ ਜਾਂਦੀ ਹੈ 2-3 ਦਿਨ 'ਚ ਠੀਕ ਹੈ ਲੇਕਿਨ ਜਿਹੜਾ ਇਹਦੇ ਉੱਤੇ ਪੋਲੀਥੀਨ ਛਾਪਰ ਹੈ ਨਾ ਇਹ 6 ਮਹੀਨੇ ਦੀ ਗਾਰੰਟੀ ਹੁੰਦੀ ਹੈ 6 ਮਹੀਨੇ ਤੱਕ ਫਟੇਗਾ ਨਹੀਂ ਕਈ ਸਾਲ ਵੀ ਕਹਿੰਦੇ ਨੇ ਸਾਲ ਵੀ ਕੱਢ ਜਾਂਦੀ ਹੈ ਲੇਕਿਨ ਕਮ ਅਜ਼ ਕਮ 6 ਬਾਅਦ ਰਿਸਕ ਹੋ ਜਾਂਦਾ ਰਿਸਕ ਹੋ ਜਾਂਦਾ ਅੱਛਾ ਬੰਕਰ 'ਚ ਤੇ ਢੇਰ ਲਾਂ 'ਚ ਕੀ ਧਾਰ 'ਚ ਫਰਕ ਹੈ? ਬੰਕਰ ਤੇ ਢੇਰ ਬੰਕਰ 'ਚ ਜਿਹੜੇ ਵੱਡੇ ਡੇਰੀ ਫਾਰਮਰ ਨੇ ਉਹਨਾਂ ਦੇ ਫਾਰਮਰ ਤੇ ਬੰਕਰ ਬਣੇ ਹੁੰਦੇ ਨੇ ਬੰਕਰ ਇਹ ਹੁੰਦਾ ਵੀ ਦੋਵੇਂ ਪਾਸੇ ਮਿੱਟੀ ਦੀਆਂ ਦੀਵਾਰਾਂ ਬਣਾ ਦਿਓ ਉਹਦੇ ਨਾਲ ਇਹ ਹੁੰਦਾ ਕਿ ਸਾਈਡਾਂ ਖਰਾਬ ਨਹੀਂ ਹੁੰਦੀਆਂ ਜੀ ਜਿਹੜਾ ਬੰਦਾ ਨਾੜੀਆਂ ਜਿਹਨੇ ਪਹਿਲੀ ਦਫਾ ਸਾਈਲੇਜ ਬਣਾਉਣਾ ਹੈ ਉਹ ਹਮੇਸ਼ਾ ਬੰਕਰ 'ਚ ਸਾਈਲੇਜ ਲਾਏ ਕਿਉਂਕਿ ਸਾਈਡਾਂ ਤੋਂ ਜਿਹੜੀ ਮਿੱਟੀ ਹੈ ਹਵਾ ਨੂੰ ਐਂਟਰ ਨਹੀਂ ਆਉਣ ਦਿੰਦੀ ਜਿਵੇਂ ਇਸ ਤਰ੍ਹਾਂ ਐਕਸਪਰਟ ਹੋ ਗਏ ਅਸੀਂ ਕੋਈ ਬੰਕਰ ਨਹੀਂ ਬਣਾਇਆ ਹੋਇਆ ਲੇਕਿਨ ਸਾਡਾ ਉਵੇਂ ਧੜਾਂ ਲਾਈਆਂ ਹੋਈਆਂ ਨੇ ਚੰਗੀ ਤਰ੍ਹਾਂ ਥੱਲੇ ਛਾਪਰ ਪਾਣਾ ਚਾਹੀਦਾ ਹਾਂ ਥੱਲੇ ਵੀ ਛਾਪਰ ਪਾਓ ਉੱਤੇ ਵੀ ਛਾਪਰ ਪਾਓ ਫਿਰ ਉੱਤੇ ਤਰਪਾਲ ਪਾਓ ਛਾਪਰ ਸਿੰਗਲ ਪਾਓ ਡਬਲ ਪਾਓ ਸਿੰਗਲ ਤੇ ਚੰਗਾ ਮਹਿੰਗਾ ਛਾਪਰ ਪਾਣਾ ਮੋਟਾ ਹਾਂ ਜਿਹੜਾ ਕੁਆਲਿਟੀ ਦਾ ਜੀ ਕਿਉਂਕਿ ਆਮ ਜਿਹੜਾ ਚੌੜਾਈ ਦਾ ਛਾਪਰ ਸਿੰਗਲ ਮਿਲ ਜਾਂਦਾ ਨਹੀਂ ਇਹ ਤਕਰੀਬਨ 3-4 ਛਾਪਰ ਤੁਹਾਨੂੰ ਲੈਂਥਾਂ ਲਾਈਆਂ ਪੈਣੀਆਂ ਨੇ ਐਡਾ ਲੰਬਾ ਤੇ ਵੱਡਾ ਉਹ ਛਾਪਰ ਲੈਂਥ ਦਾ ਆਪਸ ਵਿੱਚ ਜਵਾ ਨੰਗ ਜੇ ਤੇ ਨਹੀਂ ਉਹ ਤੁਸੀਂ ਐਵੇਂ ਕਰੋ ਨਾ ਮਿਸਾਲ ਤੌਰ ਤੇ ਛਾਪਰ ਵਿਛਾਇਆ ਇੱਥੇ ਲੈਂਥ ਐਂਡ ਹੋ ਰਹੀ ਹੈ ਉੱਥੇ ਮਿੱਟੀ ਪਾਓ ਉੱਥੇ ਮਿੱਟੀ ਪਾਓ ਪਹਿਲੋਂ ਹਾਂਜੀ ਰਾਹ ਬੰਦ ਕਰੋ ਰਾਹ ਬੰਦ ਕਰੋ ਫਿਰ ਆਪਣਾ ਦੂਸਰਾ ਕਰੋ ਟੋਇਆ ਥੱਲੇ ਕੱਢ ਕੇ ਧੜਦਾ ਨਹੀਂ ਚਾਹੀਦੀ ਜਾਂ ਨਹੀਂ? ਹਾਂ ਉਹ ਵੀ ਠੀਕ ਹੈ ਲੇਕਿਨ ਉਹਦੇ 'ਚ ਮਿਹਨਤ ਬੜੀ ਹੈ ਅੱਜ ਕੱਲ੍ਹ ਲੋਕੀ ਮਿਹਨਤ ਨਹੀਂ ਕਰਦੇ ਨਾ ਡੇਰੀ ਫਾਰਮ ਮਿਹਨਤ ਬੜੀ ਕਰਦੇ ਬੜੀ ਦੁਨੀਆ ਮਿਹਨਤ ਵਾਲੀ ਵੀ ਡਾਕਟਰ ਸਾਹਿਬ ਕਰਦੀ ਮਿਹਨਤ ਦਾ ਹੱਲ ਤੇ ਰਾਹ ਤੇ ਵਿਖਾਣਾ ਚਾਹੀਦਾ ਨਾ ਹਾਂ। ਇਹ ਉਸ ਰਾਹ ਜਾਣਾ ਨਹੀਂ ਜਾਣਾ ਕੰਡਿਆਂ ਵਾਲੇ ਰਾਹ ਜਿਹਨੇ ਚੜਨਾ ਕਾਮਯਾਬੀ ਤੇ ਉਹਦੇ ਅੱਗੇ ਫੁੱਲ ਵੇਖਣ ਡਈ ਹੈ ਜ਼ਿਆਦਾ ਬਿਹਤਰ ਤਾਂ ਇਹੀ ਹੈ ਰੂਹ ਤੇ ਜਿਹਨੇ ਚੜਨਾ ਕੋ ਡਾਂਗਾ ਹੀ ਖਾਣੀਆਂ ਨੇ ਹਾਂ ਐਵੇਂ ਹੀ ਹੈ ਧੜ ਤਿਆਰ ਹੋ ਗਈ ਹੈ ਹਾਂਜੀ। ਉਹਦੇ ਤੇ ਜਿਹੜਾ ਕੋਈ ਐਸਿਡ ਜਾਂ ਕੈਮੀਕਲ ਹੁੰਦਾ ਇਨੋਕੂਲੈਂਟ ਸਪਰੇ ਹੁੰਦਾ ਹੈ। ਨੈਕੋਲੈਂਟ ਸਪਰੇ ਹਾਂ ਉਹ ਤੁਹਾਨੂੰ ਉਹ ਵੀ ਪਾਇਨੀਅਰ ਦਾ ਹੀ ਹੈ ਉਹ ਕੀ ਰੇਟ ਤੇ ਮਿਲਦਾ? ਉਹ ਤਕਰੀਬਨ 16000 ਰੁਪਏ ਦੀ ਬੋਤਲ ਮਿਲ ਜਾਂਦੀ ਹੈ ਉਹ 100 ਟਨ ਤੇ ਤੁਸੀਂ ਸਪਰੇ ਕਰਨਾ 100 ਟਨ ਮੀਨਸ ਕਿੰਨੇ ਏਕੜ ਦਾ? 100 ਟਨ ਜ਼ਰਬ ਆਪਣਾ 1000 ਜ਼ਰਬੇ 40000 ਰੁਪਏ ਆਪਣਾ 40000 ਮਨ 40000 ਮਨ ਯਾਨੀ ਕਿ ਤੁਸੀਂ ਕਹ ਲਓ 8 ਕਿੱਲਿਆਂ ਦਾ ਨਹੀਂ 40000 ਮਨ ਫੀ ਕਿੱਲੇ ਚ ਜਿਹੜਾ ਸਾਈਲੇਜ ਨਿਕਲਦਾ ਨਾ ਅੱਛਾ ਉਹ ਨੈਕੋਲੈਂਟ ਜਿਹੜਾ 16000 ਦਾ ਮਿਲਦਾ ਉਹ ਮੇਰਾ ਖਿਆਲ ਹੈ ਵੀ ਜਿੰਨੀ ਵੀ ਤੁਸੀਂ ਲੈਂਦੀ ਹੈ ਨਾ ਜਿਹਨੇ ਵੀ ਲਾਏ ਉਹ ਤੁਹਾਡਾ ਚੱਲ ਜਾਣਾ। ਉਹਨਾਂ ਨੂੰ ਇਸਤੇਮਾਲ ਕਿਵੇਂ ਕਰਨਾ ਹੈ ਉਹ ਸਿਰਫ ਇੱਕ ਢੱਕਣ ਭਰਨਾ ਹੈ ਇਨੋਕੂਲੈਂਟ ਸਪਰੇ ਦਾ ਠੀਕ ਹੈ ਉਹਨੂੰ ਪੂਰੀ ਪਾਣੀ ਦੀ ਟੈਂਕੀ ਦੇ ਵਿੱਚ ਪਾ ਦੇਣਾ ਤੇ ਸਪਰੇ ਕਰਦੇ ਰਹਿਣਾ ਨਾਲ ਉਹਦੇ ਅਕਸਰ ਬੰਦੇ ਇਹ ਕਰਦੇ ਨੇ ਕਿ ਇਨੋਕੂਲੈਂਟ ਸਪਰੇ ਜ਼ਿਆਦਾ ਇਸਤੇਮਾਲ ਕਰ ਲੈਂਦੇ ਨੇ ਉਹਦੀ ਵਜ੍ਹਾ ਤੋਂ ਵੀ ਮਸਲਾ ਹੁੰਦਾ ਹੈ ਉਹ ਸਿਰਫ ਤੁਸੀਂ ਕੈਮੀਕਲ ਦਾ ਇੱਕ ਢੱਕਣ ਟੈਂਕੀ ਦਾ ਉਹ ਪੂਰੀ ਟੈਂਕੀ 'ਚ ਪਾ ਦੇਣਾ 10 ਲੀਟਰ ਵਾਲੀ ਠੀਕ ਹੈ ਪਾਣੀ ਨੂੰ ਮਿਕਸ ਕਰ ਦੇਣਾ ਫਿਰ ਤੁਸੀਂ ਆਪਣਾ ਸਪਰੇ ਕੀਤੀ ਜਾਓ ਉਹ ਤੁਹਾਡਾ ਤੇ ਜਦੋਂ ਇੱਕ ਆਪਣਾ ਆਇਆ ਟਰਾਲੀ ਡਿੱਗੀ ਹੈ ਭਰ ਕੇ ਉਹਦੇ ਉੱਤੇ ਕਰ ਉਹਦੇ ਉੱਤੇ ਕਰ ਦਿਓ ਫਿਰ ਉਹਨੂੰ ਪ੍ਰੈਸ ਕਰ ਫਿਰ press ਕਰ ਦਿਓ। ਹਰ ਪ੍ਰੈਸ ਤੇ ਕਰਨਾ ਚਾਹੀਦਾ ਹਰ ਪ੍ਰੈਸ ਤੇ ਇੱਕ ਸਪਰੇ ਟੈਂਕੀ ਕਰ ਬਿਲਕੁਲ ਸਾਰੇ ਦੇ ਉੱਤੇ ਇਹਦਾ ਫਾਇਦਾ ਕੀ ਹੁੰਦਾ? ਫੰਗਸ ਨਹੀਂ ਪੈਂਦੀ ਸਾਲੇ ਜਲਦੀ ਤਿਆਰ ਹੋ ਜਾਂਦਾ ਆਮ ਤੌਰ ਤੇ ਅਗਰ ਅਸੀਂ ਐਵੇਂ ਰੱਖਦੇ ਨਾ ਤਾਂ ਫੰਗਸ ਪੈਣ ਦੇ ਚਾਂਸਸ ਜ਼ਿਆਦਾ ਨੇ ਠੀਕ ਹੈ ਅਗਰ ਤੁਸੀਂ ਇਨੋਕੂਲੈਂਟ ਸਪਰੇ ਕਰੋਗੇ ਫਿਰ ਫੰਗਸ ਨਹੀਂ ਪਏਗੀ ਠੀਕ ਹੈ ਧਾੜ ਹੁਣ ਖੋਲਣੀ ਹੈ ਕਿਸਾਨ ਨੇ ਮੈਂ ਹੀ 5 ਕਿੱਲੇ ਦਾ ਥੈਲੇ ਬਣਾਇਆ ਮੈਂ ਧਾੜ ਉਹਦੀ ਖੋਲਣੀ ਹੈ ਥੋੜਾ ਥੋੜਾ ਪਾਣਾ ਉਹਦੀ ਕੀ ਇhtiyat ਹੈ ਉਸ ਨਾਲ ਪਾਣਾ ਚਾਹੀਦਾ ਨਹੀਂ ਪਾਣਾ ਚਾਹੀਦਾ? ਹਾਂ ਤੁਸੀਂ ਧੜ ਅਗਰ ਖੋਲਣੀ ਹੈ ਮਿਸਾਲ ਤੌਰ ਤੇ ਡੇਲੀ ਖੋਲ ਦਿਓ ਜੀ ਤੇ ਉਹਨਾਂ ਹੀ ਤੁਸੀਂ ਜਿੰਨਾ ਮਾਲ ਕੱਢ ਲਿਆ
ਫੌਰਨ ਤਰਪਾਲ ਦਾ ਅੱਗੋਂ ਮੂੰਹ ਬੰਦ ਕਰੋ ਤੇ ਸਾਈਡਾਂ ਤੇ ਮਿੱਟੀ ਲਾ ਦਿਓ। ਅਗਰ ਤੁਸੀਂ ਉਵੇਂ ਖੁੱਲੀ ਤਰਪਾਲ ਨੂੰ ਛੱਡ ਦਿਓਗੇ ਫਿਰ ਉਹ ਧੜ ਦੀ ਜਿਹੜੀ ਫਰੰਟ ਸਾਈਡ ਉਹ ਖਰਾਬ ਹੋ ਜਾਏਗੀ। ਯਾਨੀ ਕਿ ਡੇਲੀ ਬੇਸ ਤੇ ਜਿਹੜਾ ਸਾਈਲੇਜ ਕੱਢਣਾ। ਕੱਢਣਾ ਉਹਨੂੰ ਕੱਢੋ, ਉਹਦੇ ਉੱਤੇ ਚੰਗੀ ਤਰ੍ਹਾਂ ਕਪੜਾ ਪਾਓ, ਉਹਦੇ ਚੋਂ ਹਵਾ ਬਾਹਰ ਸਾਫ਼ ਕਰੋ ਤੇ ਉਹਦੇ ਮਿੱਟੀ ਫੇਰ ਪਾ ਦਿਓ। 24 ਘੰਟਿਆਂ ਬਾਅਦ ਫੇਰ ਉਹਨੂੰ ਜਿਹੜਾ ਨਾ ਪ੍ਰੋਪਰ ਬੰਦ ਰੱਖੋ, ਜਿਹੜਾ ਉਹਦੇ ਤੇ ਫੰਗਸ ਦਾ ਅਟੈਕ ਬਿਲਕੁਲ ਨਾ ਹੋਏ। ਬਿਲਕੁਲ ਇਹ ਤੇ ਡਾਕਟਰ ਸਾਹਿਬ ਸਾਈਲੇਜ ਜੋ ਹੋ ਗਿਆ ਸਾਡੇ ਜਾਨਵਰਾਂ ਨੂੰ ਪੈ ਗਿਆ। ਪਹਿਲੇ ਸੀਡ ਤੋਂ ਲੈ ਕੇ ਦੋਸਤੋ ਫਿੰਗਰ ਟਿਪ ਤੇ ਖੁਲਾਸਾ ਹੈ। ਪਾਇਨੀਅਰ ਦਾ ਸੀਡ ਜਨਵਰੀ ਤੋਂ ਫੈਬਰਵਰੀ ਤੇ ਮਾਰਚ, 10 ਫਰਵਰੀ ਤੋਂ 20 ਫਰਵਰੀ ਦੇ ਵਿੱਚ ਅੱਛੇ ਦਿਨ ਨੇ। ਉਸ ਤੋਂ ਬਾਅਦ ਅੱਗੇ ਜਿਹੜੇ ਦਿਨ ਨੇ ਉਹ 10 ਜੁਲਾਈ ਤੋਂ 20 ਜੁਲਾਈ ਤੱਕ। ਉਸ ਤੋਂ ਬਾਅਦ ਦੋਸਤੋ ਤੁਸੀਂ 90 ਦਿਨਾਂ ਦੀ ਫਸਲ ਲੈਣੀ ਹੈ, ਵੱਡੀ ਮਸ਼ੀਨ ਦੇ ਨਾਲ ਉਹਨੂੰ ਕ੍ਰਸ਼ ਕਰਾਓ। 20-25 ਹਜ਼ਾਰ ਰੁਪਏ ਉਹਦਾ ਤੁਹਾਡਾ ਖਰਚਾ ਆਏਗਾ ਫੀ ਏਕੜ ਤੇ। ਪ੍ਰੈਸ ਉਹਨੂੰ ਚੰਗੀ ਤਰ੍ਹਾਂ ਕਰੋ ਕਿ ਪੈਰ ਤੁਹਾਡਾ ਉੱਤੇ ਥੱਲੇ ਨਾ ਲਿਫੇ, ਜ਼ਮੀਨ ਰੰਗਾ ਹੋਈਏ ਸਿੱਧਾ। ਉਸ ਤੋਂ ਬਾਅਦ ਜਦੋਂ ਉਹ ਪ੍ਰੈਸ ਹੋ ਗਿਆ ਉਹਦੇ ਤੇ ਨਾਕੋਲੈਂਡ ਦੀ ਸਪਰੇਅ ਕਰੋ, ਇੱਕ ਢੱਕਣ ਇੱਕ ਟੈਂਕੀ 20 ਲੀਟਰ ਵਾਲੀ ਦੇ ਵਿੱਚ ਪਾ ਕੇ ਹਰ ਜਦੋਂ ਟਰਾਲੀ ਸੁੱਟ ਕੇ ਪ੍ਰੈਸ ਹੋਏ ਉਹਦੇ ਉੱਤੇ ਇੱਕ ਸਪਰੇਅ ਕਰ ਦਿੱਤੀ। ਕਿੰਨੇ ਦਿਨਾਂ ਬਾਅਦ ਅਸਰ ਤਿਆਰ ਹੋ ਜਾਂਦਾ? 40 ਦਿਨ ਚ ਤਿਆਰ ਹੋ ਜਾਂਦਾ। ਯਾਨੀ ਕਿ ਧੜ ਲੱਗੀ 40 ਦਿਨਾਂ ਬਾਅਦ ਤਿਆਰ ਹੋ ਜਾਂਦਾ ਪ੍ਰੋਪਰ। ਹੁਣ ਇਹ ਦੱਸੋ ਕਿ ਅੱਛੇ ਸਾਈਲੇਜ ਦੀ ਕੋਈ ਆਮ ਬੰਦਾ ਉਹ ਨਹੀਂ ਧੜ ਲਾਣਾ ਚਾਹੁੰਦਾ, ਸਿਰ ਪੀੜ ਨਹੀਂ ਲੈਣਾ ਚਾਹੁੰਦਾ, ਅਸੀਂ ਨਹੀਂ ਹੁਣ ਲੈਂਦੇ ਜੀ ਪਰਚੇਜ਼ ਕਰਨੇ ਆ ਤੁਹਾਡੇ ਕੋਲੋਂ, ਤੁਸੀਂ ਕਿਸ ਤਰ੍ਹਾਂ ਮਤਲਬ ਆਮ ਬੰਦੇ ਨੂੰ ਮੈਨੂੰ ਸਮਝਾਣਾ ਕਿ ਇਹ ਅੱਛੇ ਸਾਈਲੇਜ ਦੀ ਪਹਿਚਾਣ? ਅੱਛਾ ਸਾਈਲੇਜ ਜੋ ਹੁੰਦਾ ਜਿਹੜਾ ਬੰਕਰ 'ਚ ਤਿਆਰ ਹੋਇਆ ਹੁੰਦਾ, ਜਿਵੇਂ ਧੜਾਂ ਲੱਗੀਆਂ ਹੋਈਆਂ ਨੇ ਪਿੱਛੇ ਤੁਹਾਨੂੰ ਨਜ਼ਰ ਆ ਰਹੀਆਂ ਨੇ। ਅਗਰ ਤੁਸੀਂ ਫਰੈਸ਼ ਸਾਈਲੇਜ ਦਿਓਗੇ ਜਿੰਦੇ 'ਚ ਪਾਣੀ ਨਿਕਲ ਰਿਹਾ, ਜਿੰਦੇ 'ਚ ਫੰਗਸ ਹੈ, ਜਿੰਦੇ 'ਚ ਦਾਣਾ ਨਹੀਂ ਹੈ, ਉਹਦੇ ਚੰਗਾ ਤੁਸੀਂ ਪੱਠੇ ਪਾ ਲਓ। ਸਹੀ ਹੈ। ਜਦੋਂ ਸਾਈਲੇਜ ਤੁਸੀਂ ਗਿੱਲਾ ਪਾਉਂਦੇ ਹੋ ਨਾ ਆਪਣੇ ਡੰਗਰ ਨੂੰ, ਉਹਦਾ ਮੇਦਾ ਡਿਸਟਰਬ ਹੋ ਜਾਂਦਾ। ਜਦੋਂ ਮੇਦਾ ਡਿਸਟਰਬ ਹੁੰਦਾ ਤਾਂ ਕੋਈ ਸ਼ੈ ਨਹੀਂ ਉਹ ਖਾਂਦਾ ਤੇ ਆਸਤਾ ਆਸਤਾ ਬਿਮਾਰੀਆਂ ਤਰਫ ਚਲਾ ਜਾਂਦਾ। ਮੇਦਾ ਠੀਕ ਹੋਵੇ ਨਾ ਜਾਨਵਰ ਦਾ, ਫਿਰ ਉਹ ਜ਼ਿਆਦਾ ਦੁੱਧ ਵੀ ਦਿੰਦਾ ਤੇ ਗੋਸ਼ਤ ਵੀ ਦਿੰਦਾ। ਖੁਸ਼ਕ ਤੁਸੀਂ ਜਾਨਵਰ ਨੂੰ ਸਾਈਲੇਜ ਪਾਓ, ਦਾਣਾ ਜਿੰਦੇ ਨਰਮ ਹੋਵੇ, ਦਾਣਾ ਗੁਲਿਆ ਹੋਵੇ, ਉਹ ਸਾਈਲੇਜ ਅਸਰ ਹੁੰਦਾ। ਇੱਕ ਮਕਈ ਦਾ ਦਾਣਾ ਹੈ, ਉਹਦੇ ਕਿੰਨੇ ਪੀਸ ਹੋਣੇ ਚਾਹੀਦੇ ਨੇ ਸਾਈਲੇਜ 'ਚ ਨਜ਼ਰ ਆਉਂਦੇ? ਮਕਈ ਸਾਈਲੇਜ 'ਚ ਪੂਰਾ ਦਾਣਾ ਲੱਭਦਾ ਹੁੰਦਾ, ਕਈਆਂ 'ਚ ਅੱਧਾ ਲੱਭਦਾ ਹੁੰਦਾ, ਕਈਆਂ 'ਚ ਪੋਰ ਲੱਭਦੇ ਹੁੰਦੇ ਨੇ ਕਿ 20 ਦਾਣੇ ਸਾਈਲੇਜ ਦੇ ਪੀਸ ਦੇ ਹੋਏ ਨੇ ਲੇਕਿਨ ਨਜ਼ਰ ਆ ਰਹੇ ਨੇ। ਕਮ ਸੇ ਕਮ ਜਿਹੜਾ ਨਾ ਕੋਈ 4 ਤੋਂ 5 ਹੁੰਦੇ ਪੀਸ ਹੋਏਗਾ, ਕਮ ਸੇ ਕਮ ਮਿਨੀਮਮ 5 ਪੀਸ ਹੋਣ। ਹਾਂ ਮਿਨੀਮਮ, ਤਾਂ ਕਿ ਉਹ ਈਜ਼ੀਲੀ ਡਾਈਜੈਸਟ ਹੋ ਸਕੇ। ਈਜ਼ੀਲੀ ਹੋ ਸਕੇ। ਕਈ ਬੰਦੇ ਕੀ ਕਰਦੇ ਨੇ, ਨਾੜੀ ਬੰਦੇ ਜਿਹੜੇ ਸਾਈਲੇਜ ਬਣਾ ਰਹੇ ਨੇ, ਪੱਠੇ ਖਾਲੀ ਕੁਤਰ ਕੇ ਉੱਤੇ ਦਾਣਾ ਪਾਤਾ, ਕਸਟਮਰ ਫਾਰਮ ਤੇ ਜਿਸ ਟਾਈਮ ਭੇਜ ਜਾਂਦੇ, ਕਸਟਮਰ ਬੜਾ ਖੁਸ਼ ਹੁੰਦਾ ਯਾਰ ਦਾਣਾ ਤਾਂ ਉੱਤੇ ਹੀ ਨਜ਼ਰ ਆ ਰਿਹਾ, ਉਹ ਤਾਂ ਦਾਣਾ ਉੱਤੇ ਸਾਰਾ ਕੋਈ ਚੁੰਜੀ ਬਾਹਰ ਆ ਜਾਂਦਾ। ਬਾਹਰ ਜਦੋਂ ਸਾਈਲੇਜ ਤਿਆਰ ਤੁਸੀਂ ਨਹੀਂ ਪਾਓਗੇ ਤੇ ਫਿਰ ਜਾਨਵਰ ਦਾ ਫਾਇਦਾ ਕੋਈ, ਸਾਈਲੇਜ ਦਾ ਫਾਇਦਾ ਕੋਈ ਨਹੀਂ। ਬਿਹਤਰ ਹੋ ਗਿਆ। ਡਾਕਟਰ ਸਾਹਿਬ ਆਪਣਾ ਵੀ ਤਾਰਫ ਦੋਸਤਾਂ ਨੂੰ ਕਰਾਓ। ਦੋਸਤੋ ਵੀਡੀਓ ਸਿਰਫ ਨੌਲੇਜ ਵਾਸਤੇ ਤੁਹਾਡੀ ਲਈ ਬਣਾਈ ਹੈ। ਅਸੀਂ ਡਾਕਟਰ ਸਾਹਿਬ ਕੋਲ ਸਾਈਲੇਜ ਮੰਗਵਾਉਂਦੇ ਆ। ਇੱਥੇ ਇਹਨਾਂ ਦਾ ਦੀਪਾਲਪੁਰ ਵੀ ਹੈ ਸੈਟਅਪ, ਇੱਥੇ ਸਮੁੰਦਰੀ ਦੇ ਵਿੱਚ ਵੀ ਹੈ। ਸਮੁੰਦਰੀ ਜੀ ਹੁੰਦਾ ਨਾ ਮਾਮੂ ਕਾਂਜਨ ਸਮੁੰਦਰੀ ਫੈਸਲਾਬਾਦ 'ਚ ਹੀ ਹੈ ਨਾ, ਫੈਸਲਾਬਾਦ 'ਚ ਆਉਂਦਾ। ਇੱਥੋਂ ਵੀ ਇਹਨਾਂ ਦਾ ਸਾਈਲੇਜ ਆਉਂਦਾ, ਬੜਾ ਟਾਪ ਕੁਆਲਿਟੀ ਦਾ ਸਾਈਲੇਜ ਜਿਹੜਾ ਪ੍ਰੋਪਰ ਸਾਰੇ ਪ੍ਰੋਸੈਸ ਚੋਂ ਲੰਘ ਕੇ ਬਣਿਆ ਹੈ। ਡਾਕਟਰ ਸਾਹਿਬ ਦੋਸਤਾਂ ਮੇਰੇ ਨਾਲ ਰਾਬਤਾ ਜਿਹੜਾ ਨੌਲੇਜ ਹੈ ਸਾਈਲੇਜ ਦਾ, ਉਹ ਮੇਰਾ ਖਿਆਲ ਹੈ ਕਿ ਅਗਰ ਕੋਈ ਬੰਦਾ ਫਿਰ ਨੌਲੇਜ ਹੀ ਪੁੱਛਣ ਦੇ ਬਾਰੇ ਇਹ ਸਾਈਲੇਜ ਦੇ ਮੁਤਲਕ ਫੋਨ ਕਰੇ ਨਾ ਤੇ ਉਹ ਮੇਰੇ ਖਿਆਲ ਨਾਲ ਬੇਵਕੂਫ ਹੈ, ਉਹ ਅਕਲਮੰਦ ਨਹੀਂ ਬੰਦਾ। ਪੈਦਲ ਲਿਆ ਕਰੋ, ਉਹਨੂੰ ਫੋਨ ਤੇ ਵੀ ਸਮਝ ਨਹੀਂ ਆਉਣੀ। ਡਾਕਟਰ ਜਾਂ ਮੈਂ 2 ਘੰਟੇ ਕਲਪਦੇ ਰਹਾਂਗੇ। ਕੋਸ਼ਿਸ਼ ਕਰਕੇ 10-15 ਮਿੰਟਾਂ ਦੀ ਵੀਡੀਓ 'ਚ A to Z ਦਾਣੇ ਤੋਂ ਲੈ ਕੇ ਦਾਣੇ ਤੱਕ ਤੁਹਾਨੂੰ ਹਰ ਚੀਜ਼ ਦੱਸੀਏ। ਡਾਕਟਰ ਸਾਹਿਬ ਕੋਈ ਬਾਈ ਖਰੀਦਣਾ ਚਾਹੇ ਸਾਈਲੇਜ, ਉਹਨੂੰ ਅਵੇਲੇਬਿਲਿਟੀ ਫੌਰੀ ਹੋ ਜਾਏਗੀ, ਚੀਜ਼ ਫੌਰੀ ਮਿਲ ਜਾਏਗੀ, ਕੀ ਰੇਟ ਤੇ ਮਿਲੇਗੀ, ਕਿਸ ਤਰ੍ਹਾਂ ਡਿਲੀਵਰੀ ਹੋਏਗੀ, ਉਹ ਜ਼ਰਾ ਦੋਸਤਾਂ ਨੂੰ ਸਕੈਜੂਲ ਹਾਂਜੀ ਨਾ ਭਾਈ। ਅੱਜ ਮਿਸਾਲ ਦੇ ਤੌਰ ਤੇ ਹੁਣ ਫਰਵਰੀ ਦਾ ਮਹੀਨਾ ਹੈ, 2026 ਹੈ, 13-14 ਤਾਰੀਖ ਹੈ, ਤੇ ਅੱਜ ਦਾ ਜਿਹੜਾ ਰੇਟ ਹੈ ਉਹ 20 ਰੁਪਏ ਕਿਲੋ ਹੈ। ਠੀਕ ਹੈ, ਮਾਰਕੀਟ 'ਚ ਇਸ ਤਰ੍ਹਾਂ ਦਾ ਸਾਈਲੇਜ 22-23 ਰੁਪਏ ਵੈਸੇ ਸੇਲ ਹੋ ਰਿਹਾ, 20 ਰੁਪਏ ਰੇਟ ਹੈ। ਆਪਣੇ ਤੁਹਾਡੇ ਘਰ ਇਸ ਟਾਈਮ ਇੱਥੇ ਮਾਮੂ ਜਿੱਥੇ ਜਾਣਾ ਉਹਦਾ ਕਿਰਾਇਆ ਲਾ ਕੇ ਆਰਡਰ ਕਮ ਸੇ ਕਮ 300 ਮੰਨੇ ਤੇ ਰੈਂਟ ਕਸਟਮਰ ਨੂੰ ਪੇ ਕਰਨਾ ਪਏਗਾ। ਤੇ ਆਪਣੇ ਕੋਲ ਜਿਹੜੀ ਬੇਲ ਹੈ ਉਹ 80 ਕਿਲੋ ਦੀ ਹੈ। ਮੰਗਵਾਉਣ ਦਾ ਤਰੀਕਾ ਇਹ ਹੈ ਕਿ ਜਾਂ ਤਾਂ ਮੌਕੇ ਤੇ ਆ ਕੇ ਆਪਣਾ, ਜਿਸ ਤਰ੍ਹਾਂ ਡੇਲੀ ਕਸਟਮਰ ਆਉਂਦੇ ਨੇ, ਮੌਕੇ ਤੇ ਆ ਕੇ ਪੈਕਿੰਗ ਕਰਾਓ, ਮੌਕੇ ਤੇ ਆ ਕੇ ਪੈਸੇ ਦੇ ਦਿਓ। ਨਹੀਂ ਆ ਸਕਦੇ ਤੇ ਬੈਂਕ ਅਕਾਊਂਟ 'ਚ ਆਪਣਾ ਪੇਮੈਂਟ ਕਰਾਓ, ਦੂਸਰੇ ਦਿਨ ਗੱਡੀ ਤੁਹਾਡੇ ਫਾਰਮ। ਸਭ ਆਨਲਾਈਨ ਕੰਮ ਹੈ, ਹਰ ਬੰਦਾ ਨਹੀਂ ਆ ਸਕਦਾ। ਬੰਦੇ ਟਰਸਟ ਕਰਦੇ ਨੇ, ਸਾਡੇ ਤੇ ਦੁਨੀਆ ਟਰਸਟ ਕਰਦੀ ਹੈ। 10-10 15-15 ਜਾਨਵਰਾਂ ਦੇ ਪਹਿਲੇ ਪੈਸੇ ਭੇਜ ਜਾਂਦੇ ਨੇ। ਬਿਲਕੁਲ ਨਹੀਂ। ਮੈਨੂੰ ਤੁਸੀਂ ਸਾਈਲੇਜ ਹਮੇਸ਼ਾ ਅੱਛਾ ਭੇਜਿਆ ਜੀ। ਮੈਂ ਤੁਹਾਡੀ ਗਾਰੰਟੀ ਜਿਹੜੀ ਉਹ ਮੈਨੂੰ ਹੀ ਸਾਈਲੇਜ ਮੇਰੇ ਜਿਹੜਾ ਚੰਗਾ ਹਰ ਬੰਦੇ ਨੂੰ ਜਾ ਸਕਦਾ। ਇਨਸ਼ਾਅੱਲਾ ਹਰ ਬੰਦੇ ਨੂੰ VIP ਸਾਈਲੇਜ ਜਾਏਗਾ। ਤੇ ਤੁਹਾਡੇ ਨਾਂ ਦੀ ਉਹਨਾਂ ਨਾਲ ਮੈਂ ਗਾਰੰਟੀ ਚੁੱਕੀ ਹੋਈ ਵੀਡੀਓ ਜਿਹਦੇ ਪੱਤ ਮੇਰੇ ਵਾਲਾ ਦੀ ਹੋਰ ਕੱਲ ਦਿਓ। ਨਹੀਂ ਐਸੀ ਕੋਈ ਗੱਲ ਨਹੀਂ ਹੈ। ਨਾਦਰ ਭਾਈ ਵੇਖੋ ਇੰਨਾ ਵੱਡਾ ਸਟਾਕ ਲਾਇਆ ਹੋਇਆ, ਇਹ ਤਾਂ 30% ਸਟਾਕ ਰਹਿ ਗਿਆ। ਤਕਰੀਬਨ ਇੱਥੇ ਕੋਈ 3.5-4 ਲੱਖ ਮਨ ਦਾ ਸਟਾਕ ਪਿਆ ਸੀ ਸਾਡੇ ਕੋਲ। ਇਹ ਸਿਰਫ ਹੁਣ 80,000 ਮਨ ਦਾ ਰਹਿ ਗਿਆ। 1 ਪੁਆਇੰਟ ਇਸ ਤਰ੍ਹਾਂ ਦੇ 3-4 ਪੁਆਇੰਟ ਚੱਲ ਰਹੇ ਨੇ ਪਾਕਿਸਤਾਨ 'ਚ ਮੁਖਤਲਿਫ ਏਰੀਆਜ਼ 'ਚ। ਤੇ ਇੰਨਾ ਵੱਡਾ ਸੈਟਅਪ ਲਾਉਣ ਦਾ ਮਕਸਦ ਇਹ ਹੈ ਕਿ ਸਾਡੇ ਜਿਹੜਾ ਇੱਕ ਦਫਾ ਕਸਟਮਰ ਲੈਂਦਾ ਉਹ ਬਾਰ-ਬਾਰ ਰਿਪੀਟ ਹੁੰਦਾ। ਤਾਂ ਪਰ ਉਹ ਇੰਨਾ ਸਟਾਕ ਲਾਇਆ ਹੋਇਆ, ਇਸ ਚੀਜ਼ ਦੀ ਇਨਸ਼ਾਅੱਲਾ ਗਾਰੰਟੀ। ਕੰਡਾ ਇੱਥੇ ਮੌਕੇ ਤੇ ਲਾਇਆ, ਕੰਡਾ ਮੌਕੇ ਤੇ ਲਾਇਆ। ਮੌਕੇ ਤੇ ਮੰਗਾਓ, ਵੇਟ ਲਾਜ਼ਮੀ ਕਰੋ ਆਪਣਾ। ਇੱਥੋਂ ਤੁਹਾਡੇ ਕੋਲ ਜਿਹੜਾ ਵੇਟ ਪਰਚੀ ਬਣੇ ਉਹਦੇ ਪੈਸੇ ਦੇਵੋ। ਆਨਲਾਈਨ ਅੱਲਾ ਦੇ ਫਜ਼ਲ ਨਾਲ ਮੈਂ ਜਿੰਨੀਆਂ ਵੀ ਗੱਡੀਆਂ ਮੰਗਾਈਆਂ ਪ੍ਰੋਪਰ ਬਿਹਤਰੀਨ ਆਈਆਂ ਨੇ। ਪਹਿਚਾਣ ਡਾਕਟਰ ਸਾਹਿਬ ਨੇ ਤੁਹਾਨੂੰ ਦੱਸੀ ਹੈ। ਡਾਕਟਰ ਸਾਹਿਬ ਕੋਈ ਸਾਲੇ ਚੰਗੇ ਦੀ ਝਟਕੀ ਜੀ ਮਿਸਾਲ ਦਿਓ। ਝਟਕੀ ਜੀ ਮਿਸਾਲ ਇਹ ਕਿ ਪਹਿਲੇ ਨੰਬਰ ਤੇ ਤੁਸੀਂ ਜਿਸ ਟਾਈਮ ਸਾਰੇ ਤੋਂ ਦਾਣਾ ਫੜੋ ਉਹਨੂੰ ਐਵੇਂ ਪ੍ਰੈਸ ਕਰਕੇ ਚੈੱਕ ਕਰੋ ਕਿ ਪਾਊਡਰ ਬਣ ਰਿਹਾ। ਅੱਛਾ ਫੇਰ ਠੀਕ ਹੈ। ਦੂਸਰੇ ਨੰਬਰ ਤੇ ਉਹਨੂੰ ਹੱਥ ਨਾਲ ਨੱਪੋ, ਅਗਰ ਪਾਣੀ ਨਿਕਲ ਰਿਹਾ ਤਾਂ ਸਾਲਿਜ ਨਹੀਂ ਹੋ ਠੀਕ। ਤੀਸਰੇ ਨੰਬਰ ਤੇ ਉਹ ਸਬਜ਼ ਨਾ ਹੋਏ, ਗੋਲਡਨ ਹੋਏ ਜਾਂ ਬਰਾਊਨ ਹੋਏ। ਸਾਈਲੇਜ ਜਦੋਂ ਤੁਸੀਂ ਦੋਸਤਾਂ ਦੇ ਹੱਥ ਤੇ ਫੜਨਾ ਨਾ ਨਾਲੇ ਚੌਥੇ ਨੰਬਰ ਤੇ ਉਹਨੂੰ ਸੁੰਘੋਗੇ ਨਾ, ਨੱਕ ਤੁਹਾਡੀ ਸਮੈਲ ਨੂੰ ਚੜੇ। ਸਮੈਲ ਜਿਹੜੀ ਨਾ ਝਟਕੀ ਦੀ ਮਿਸਾਲ ਡਾਕਟਰ ਸਾਹਿਬ ਨੇ ਦਿੱਤੀ ਹੈ। ਜਦੋਂ ਅੱਜ ਹੱਥ ਤੇ ਸਾਈਲੇਜ ਪਾਣਾ ਨਾ, ਤੁਸੀਂ ਤੁਹਾਡੇ ਹੱਥ ਨੂੰ ਪਾਊਡਰ ਲੱਗੇ ਜਿਵੇਂ ਆਟਾ ਲੱਗਦਾ, ਉਹਦੇ ਵਿੱਚ ਉਹ ਦਾਣਾ ਖੁਸ਼ਕ ਹੋਇਆ ਹੋਏ। ਉਸ ਤੋਂ ਬਾਅਦ ਜਦੋਂ ਤੁਸੀਂ ਅੱਜ ਮੋਟਰ 'ਚ ਫੜਨਾ ਨਾ, ਸਾਈਲੇਜ ਭਰ ਕੇ ਤੇ ਮੋਟਰ ਪੂਰੇ ਦੌਰ ਨਾਲ ਕੁੱਟਣੀ ਹੈ। ਅਗਰ ਉਹਦੇ ਚੋਂ 1-2 ਕਤਰੇ ਦੀ ਗੱਲ ਨਹੀਂ, ਇਸ ਤੋਂ ਜ਼ਿਆਦਾ ਪਾਣੀ ਨਿਕਲਦਾ ਤੇ ਉਹ ਸਾਈਲੇਜ ਜ਼ੀਰੋ ਹੈ, ਫਲਾਪ ਹੈ, ਬਲਕਿ ਤੇ ਟਾਪ ਦਾ ਸਾਈਲੇਜ ਹੋਵੇ ਜਿਹਦੇ ਚੋਂ ਮੋਟਰ 'ਚ ਜ਼ੋਰ ਲਾਇਆ 1 ਕਤਰਾ ਵੀ ਪਾਣੀ ਦਾ ਨਾ ਨਿਕਲੇ। ਉਸ ਤੋਂ ਬਾਅਦ ਜਿਹੜਾ ਉਹਦਾ ਦਾਣਾ ਹੈ ਉਹਦੇ ਛੋਟੇ-ਛੋਟੇ ਪੀਸ ਹੋਣ, ਉਹ ਸਾਈਲੇਜ ਬਹੁਤ ਅੱਛਾ ਲੱਗਦਾ। ਉਹ ਰੰਗ ਗੋਲਡਨ। ਉਸ ਤੋਂ ਬਾਅਦ ਉਹਦੀ ਸਾਈਲੇਜ ਦੀ ਸਮੈਲ ਤੁਹਾਡੇ ਹੱਥ 'ਚੋਂ ਨਹੀਂ ਜਾਏਗੀ। ਤੁਸੀਂ ਫਰਮੈਂਟਡ ਅੱਛਾ ਸਾਈਲੇਜ ਫੜ ਲੈਣਾ ਜੀ, ਅੱਧਾ ਘੰਟਾ ਤੁਸੀਂ ਜਿੰਨਾ ਮਰਜ਼ੀ ਸਾਬਣ ਲਾ ਲਓ, ਉਹਦੀ ਸਮੈਲ ਤੁਹਾਡੇ ਹੱਥ 'ਚ ਆਏਗੀ। ਆਪਣਾ ਕੋਈ ਰਾਬਤਾ ਨੰਬਰ, ਕੋਈ ਐਡਰੈਸ ਪੂਰਾ ਇੱਕ ਵਾਰੀ ਤਾਰਫ ਕਰਾਓ, ਮਗਰੋਂ ਸਾਡੇ ਨਾਲ ਸਿਰ ਬਣ ਜਾਏ ਵੀ ਨਾਦਰ ਭਾਈ ਸਾਈਲੇਜ ਚਾਹੀਦਾ, ਉੱਥੇ ਕਿਤੇ ਟਾਈਮ ਦੇਵਾਂਗੇ। ਹਾਂਜੀ, ਮੇਰਾ ਨਾਮ ਡਾਕਟਰ ਰਿਜ਼ਵਾਨ ਹੈ ਜੀ। ਇਸ ਟਾਈਮ ਅਸੀਂ ਮੌਜੂਦ ਹਾਂ ਆਪਣਾ ਮਾਮੂ ਕਾਂਜਨ ਸਮੁੰਦਰੀ, ਤੇ ਕਿਸੇ ਵੀ ਭਾਈ ਨੂੰ ਪਿਓਰ ਬੰਕਰ ਵਾਲਾ VIP ਦਾਣੇ ਵਾਲਾ ਸਾਈਲੇਜ ਚਾਹੀਦਾ ਹੈ ਤੇ ਸਾਡੀ ਲੋਕੇਸ਼ਨ ਮਾਮੂ ਕਾਂਜਨ ਹੈ। ਫੋਨ ਨੰਬਰ ਮੇਰਾ 0316 670 6206। ਆਰਡਰ ਕਮ ਸੇ ਕਮ 300 ਮੰਨਦਾ ਹੈ। ਰੈਂਟ ਕਸਟਮਰ ਨੂੰ ਪੇ ਕਰਨਾ ਪਏਗਾ ਤੇ ਪੈਕਿੰਗ ਆਪਣੇ ਕੋਲ 80 ਕਿਲੋ ਦੀ ਹੈ।
ਇਹ ਫਿਕਸ ਰੇਟ ਹੈ? ਇਹ ਇਸ ਮੌਸਮ 'ਚ ਫਰਵਰੀ ਦੇ ਮਹੀਨੇ 'ਚ ਇਹ 20 ਰੁਪਏ, ਅੱਗੇ ਜਾ ਕੇ ਮਜ਼ੀਦ ਵੱਧ ਜਾਏਗਾ, ਲੇਕਿਨ ਜਦੋਂ ਮਈ ਜੂਨ ਆਏਗਾ ਉਸ ਟਾਈਮ 13-14 ਰੁਪਏ ਕਿਲੋ ਆਏਗਾ। ਘਟ ਜਾਏਗਾ। ਉਹਦੀ ਕੀ ਵਜ੍ਹਾ? ਕਿਉਂਕਿ ਨਵੀਂ ਫਸਲ ਆ ਜਾਂਦੀ ਹੈ। ਹੁਣ ਪੱਠਾ ਸ਼ਾਰਟ ਹੈ, ਫਸਲ ਮਹਿੰਗੀ ਆਈ ਹੋਈ ਹੈ, ਰੇਟ ਆਟੋਮੈਟਿਕਲੀ ਚੜ ਗਿਆ। ਇਹ ਕਹਿੰਦਾ ਰੇਟ ਸਸਤਾ ਹੁੰਦਾ ਹੈ ਜੀ ਆਪਣਾ ਮਈ ਜੂਨ 'ਚ 13-14 ਰੁਪਏ ਕਿਲੋ। ਇਹ ਕਹਿੰਦਾ ਰੇਟ ਸਸਤਾ ਹੁੰਦਾ ਹੈ ਨਵੰਬਰ 'ਚ, ਠੀਕ ਹੈ, ਉਦੋਂ ਵੀ ਤਕਰੀਬਨ 15 ਰੁਪਏ ਕਿਲੋ ਹੁੰਦਾ ਹੈ। ਇਹ ਸੀਜ਼ਨ ਆਊਟ ਇਹਦੀ ਵਜ੍ਹਾ ਤੋਂ ਇਹਦੀ ਪ੍ਰਾਈਸ ਵੱਧ ਗਈ ਹੈ। ਬਿਹਤਰ ਹੋ ਗਿਆ। ਨੰਬਰ ਇੱਕ ਵਾਰੀ ਫੇਰ ਮੈਂਸ਼ਨ ਕਰ 0316 670 6206 670 6206 0316। ਮੈਨੂੰ ਯਾਦ ਹੋ ਗਿਆ, ਤੁਹਾਨੂੰ ਵੀ ਯਾਦ ਕਰਨਾ ਚਾਹੀਦਾ। ਵੀਡੀਓ ਅੱਛੀ ਲੱਗੀ ਸ਼ੇਅਰ ਕਰਿਓ, ਨੌਲੇਜ ਵਾਸਤੇ ਜਿਹੜੇ ਬਾਈ ਬਣਾ ਹਨ ਉਹ ਬੜੀ ਅੱਛੀ ਗੱਲ ਹੈ। ਦੱਸਾਂ ਕਿੰਨੇ ਦੀ ਕਾਸਟ ਪੈਂਦੀ ਹੈ ਆਪਣੇ ਘਰ ਅਗਰ ਬੰਦਾ ਖੁਦ ਫਸਲ ਤਿਆਰ ਕਰੇ, ਆਪਣੀ ਘਰ ਦੀ ਪੈਲੀ ਹੋਏ? 10-11 ਰੁਪਏ ਜਾਂ ਇਸ ਤੋਂ ਵੀ ਤਾਂ? ਅਗਰ ਤੁਹਾਡੇ ਕੋਲ ਘਰ ਦੀ ਪੈਲੀ ਹੈ, ਠੇਕਾ ਟੁਕਾ ਤੁਸੀਂ ਨਹੀਂ ਦੇਣਾ, ਤੇ ਜਿਸ ਟਾਈਮ ਸੀਜ਼ਨ ਦਾ ਆਉਂਦਾ ਹੈ ਨਾ, ਜਿਸ ਟਾਈਮ ਅਸੀਂ 13-14 ਰੁਪਏ ਫਰੋਖਤ ਕਰ ਰਹੇ ਹੁੰਦੇ ਹਾਂ, ਉਸ ਟਾਈਮ ਤੁਹਾਨੂੰ ਤਕਰੀਬਨ ਇਹ 12 ਰੁਪਏ ਪੈਂਦਾ। ਠੀਕ ਹੈ, ਠੀਕ ਹੈ। ਤਿਆਰ ਕਰ ਲਓ ਤੇ ਤੁਹਾਨੂੰ ਪੂਰਾ ਸੀਜ਼ਨ ਹੀ 12 ਰੁਪਏ ਤੁਹਾਨੂੰ ਰਹਿਣਾ? ਪੂਰਾ ਸੀਜ਼ਨ ਨਹੀਂ, ਪੂਰਾ ਸੀਜ਼ਨ 12 ਨਹੀਂ ਰਹਿਣਾ, ਇਹਦੇ ਸੋਕ ਪੈ ਜਾਂਦੀ ਹੈ। ਸੋਕ ਪੈਂਦੀ ਹੈ ਤਕਰੀਬਨ 8 ਤੋਂ 12% ਸਾਈਲੇਜ ਉੱਡ ਜਾਂਦਾ ਹੈ ਪਾਣੀ ਦੀ ਮੱਝ 'ਚ। ਠੀਕ ਹੈ, ਫਿਰ ਖਰਾਬ ਹੋ ਜਾਂਦਾ ਹੈ, ਉਹਦੀ ਵਜ੍ਹਾ ਤੋਂ ਕਾਸਟ ਨਿਕਲ ਜਾਂਦੀ ਹੈ। ਅੱਗੇ ਅਗਰ ਤੁਸੀਂ ਬਾਰੀਆ ਦਾ ਬਣਾ ਕੇ ਰੱਖ ਲੈਂਦੇ ਹੋ ਪੂਰਾ ਸਾਲ, ਤੇ ਉਹ ਤੁਹਾਨੂੰ ਘਰ ਦੇ ਵਿੱਚ ਤਕਰੀਬਨ 15 ਰੁਪਏ ਦਾ ਪਏਗਾ। ਮੌਸਮੀ ਸਾਈਲੇਜ ਤਗੜਾ ਕਿ ਬਹਾਲ ਜਾ? ਸਾਈਲੇਜ ਦੋਵੇਂ ਹੀ ਤਗੜੇ ਨੇ, ਬਸ ਮੱਕੀ ਅੱਛੀ ਹੋਣੀ ਚਾਹੀਦੀ ਹੈ। ਸੇਮ ਨੇ ਦੋਨੋਂ। ਹਾਂ, ਐਤਕੀ ਜਿਵੇਂ ਬਹਾਰੀਆ ਨੇ ਦਾਣਾ ਹੀ ਨਹੀਂ ਚੱਕਿਆ, ਮੌਸਮੀ ਬਿਹਤਰੀਨ ਨਿਕਲੀ ਹੈ, ਤੇ ਇਹ ਗੱਲ ਬਿਹਤਰ ਹੋ ਗਿਆ। ਕੋਈ ਹੋਰ ਫਸਲ ਦੀ ਇhtiyat? ਹੋਰ ਫਸਲ ਦੀ ਇhtiyat ਬਸ ਇਹੀ ਹੈ ਕਿ ਜਦੋਂ ਤੁਸੀਂ ਟਰੈਕਟਰ ਚਲਾ ਰਹੇ ਹੁੰਦੇ ਹੋ, ਪ੍ਰੈਸਿੰਗ ਕਰ ਰਹੇ ਹੁੰਦੇ ਹੋ, ਉਦੋਂ ਕੋਸ਼ਿਸ਼ ਕਰੋ ਕਿ ਮਿੱਟੀ ਟਰੈਕਟਰ ਦੇ ਟਾਇਰਾਂ ਦੇ ਨਾਲ ਧੜ ਦੇ ਉੱਤੇ ਨਾ ਜਾਏ। ਹੁੰਦਾ ਹੈ ਕਿ ਟਰੈਕਟਰ ਪਿੱਛੋਂ ਭੱਜਿਆ ਆਉਂਦਾ, ਧੜ ਦੇ ਉੱਤੇ ਚੜ੍ਹਦਾ, ਨਾਲ ਮਿੱਟੀ ਲਿਆ ਜਾਂਦਾ, ਉਹ ਜਿੱਥੇ ਮਿੱਟੀ ਗਈ ਉੱਥੇ ਤੁਹਾਡਾ ਸਾਈਲੇਜ ਖਰਾਬ ਹੋ ਜਾਣਾ। ਉਹ ਮਿੱਟੀ ਉੱਥੋਂ ਕਿੱਥੇ ਖੜੀ, ਉਹ ਮਿੱਟੀ ਤੇ ਹੋਣੀ ਨਹੀਂ, ਸਾਈਲੇਜ ਹਮੇਸ਼ਾ ਤੁਸੀਂ ਪੱਕੀ ਜਗ੍ਹਾ ਤੇ ਲਾਣਾ ਹੈ, ਕੱਚੀ ਜਗ੍ਹਾ ਤੇ ਨਹੀਂ ਲਾਣਾ। ਥੱਲੋਂ ਫਰਸ਼ ਹੋਏ। ਜੇ ਕੱਚੀ ਜਗ੍ਹਾ ਤੇ ਲਾਣਾ ਵੀ ਹੈ ਤੇ ਪ੍ਰੋਪਰ ਜਿੱਥੇ ਟਰੈਕਟਰ ਜਾਵੇ ਪਿੱਛੇ ਉੱਥੇ ਛਾਪਰ ਪਿਆ ਹੋਵੇ ਕਿ ਇੱਕ ਕਤਰਾ ਵੀ ਮਿੱਟੀ ਤੁਹਾਡੇ ਸਾਈਲੇਜ ਨੂੰ ਨਾ ਲੱਗੇ। ਯਾਨੀ ਕਿ ਥੱਲੇ ਸੋਲ ਲਾ ਕੇ ਉੱਤੇ ਧੜ ਲਾਣੀ ਚਾਹੀਦੀ ਹੈ ਜਾਂ ਮਿੱਟੀ ਤੇ? ਮਿੱਟੀ ਲਾਣੀ ਹੈ, ਥੱਲੇ ਛਾਪਰ ਪ੍ਰੋਪਰ ਹੋਵੇ ਕਿ ਟਰੈਕਟਰ ਦੇ ਟਾਇਰਾਂ ਦੇ ਨਾਲ ਮਿੱਟੀ ਨਾ ਜਾਵੇ। ਇਹ ਮੇਨ ਚੀਜ਼। ਦੋਸਤੋ ਆਪਣੇ ਵੱਲੋਂ ਤੇ ਕੋਸ਼ਿਸ਼ ਕੀਤੀ ਹੈ ਇੱਕ ਭਲਾ ਕਰਨ ਦੀ, ਜੇ ਤੁਸੀਂ ਸਮਝੋ ਤੇ ਹੁਣ ਸ਼ੇਅਰ ਕਰਿਓ ਵੀਡੀਓ ਤਾਂ ਕਿ ਆਮ ਕਿਸਾਨ ਦੀ ਵੀ ਜਿਹੜਾ ਨਾ ਗੱਲ ਸਮਝ ਆਏ।